मनोपुब्बन्द माधम्मा मनोसिद्धा मनोमया मनसाति पदुद्दीन भागजीवा करोति वा ततो नं दुःखमन्वेति चक्कं विवाहतो पदम्। ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਯੂਰਪ ਅਤੇ ਯੂਕੇ ਦੇ ਦਰਸ਼ਕਾਂ ਦਾ ਕੰਛੀ ਟੈਲੀਵਿਜ਼ਨ ਤੇ ਸਵਾਗਤ ਹੈ। ਬੁੱਧ ਹੀ ਐਸੀ ਹਸੀਅਤ ਹੋਈ ਹੈ ਜਿਸ ਦਾ ਜਨਮ ਗਿਆਨ ਅਤੇ ਮਹਾਪਰਿਨਿਰਵਾਣ ਵਿਸਾਖ ਦੀ ਪੂਰਨਿਮਾ ਨੂੰ ਦਰਖਤ ਹੇਠਾਂ ਹੀ ਹੋਇਆ ਹੈ। ਜਨਮ ਵੀ ਦਰਖਤ ਹੇਠਾਂ ਹੋਇਆ, ਗਿਆਨ ਵੀ ਦਰਖਤ ਹੇਠਾਂ ਹੋਇਆ ਅਤੇ ਪਰਿਨਿਰਵਾਣ ਵੀ ਦਰਖਤ ਹੇਠਾਂ ਹੋਇਆ। ਤਥਾਗਤ ਬੁੱਧ ਨੇ ਕਿਸੇ ਆਤਮਾ ਜਾਂ ਪਰਮਾਤਮਾ ਦੀ ਖੋਜ ਨਹੀਂ ਕੀਤੀ। ਬੁੱਧ ਨੇ ਦੁੱਖ ਕੀ ਹੈ, ਦੁੱਖ ਦਾ ਕਾਰਨ ਕੀ ਹੈ ਅਤੇ ਦੁੱਖ ਦਾ ਨਿਵਾਰਨ ਕੀ ਹੈ, ਇਸ ਦੀ ਜਾਣਕਾਰੀ ਦੀ ਖੋਜ ਕੀਤੀ ਹੈ। ਬੁੱਧੀ ਸਿੱਖਿਆਵਾਂ ਜੀਵਨ ਨੂੰ ਹਨੇਰੇ ਚੋਂ ਕੱਢ ਕੇ ਚਾਨਣ ਵਿੱਚ ਲੈ ਕੇ ਜਾਂਦੀਆਂ ਹਨ। ਬੁੱਧੀ ਸਿੱਖਿਆਵਾਂ ਜੀਵਨ ਨੂੰ ਆਨੰਦਮਈ ਬਣਾਉਂਦੀਆਂ ਹਨ। ਬੁੱਧੀ ਸਿੱਖਿਆਵਾਂ ਸੁਖੀ ਜੀਵਨ ਜਿਉਣ ਦਾ ਤਰੀਕਾ ਹੈ। ਤੁਸੀਂ ਆਪਣੀ ਤਕਦੀਰ ਖੁਦ ਆਪ ਲਿਖਣੀ ਹੈ। ਹਰ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ। ਆਓ ਤਥਾਗਤ ਦੀਆਂ ਸਿੱਖਿਆਵਾਂ ਤੇ ਚਰਚਾ ਕਰੀਏ। ਇਸ ਚਰਚਾ ਵਿੱਚ ਹਿੱਸਾ ਲੈਣ ਵਾਸਤੇ ਮੇਰੇ ਪਾਸ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਦੇ ਪ੍ਰਧਾਨ ਦੇਵਲਾਲ ਸੁਮਨ ਜੀ ਬੈਠੇ ਹਨ। ਸੁਮਨ ਜੀ, ਸਟੂਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਥੈਂਕ ਯੂ। ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਔਰ ਇਸ ਦੇ ਨਾਲ ਹੀ ਕਮੇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਕੌਲ ਜੀ ਬੈਠੇ ਹਨ। ਤਰਸੇਮ ਜੀ, ਆਪ ਜੀ ਦਾ ਵੀ ਸਟੂਡੀਓ ਵਿੱਚ ਸਵਾਗਤ ਹੈ। ਨਮੋ ਬੁੱਧਾ, ਜੈ ਭੀਮ। ਪ੍ਰੋਗਰਾਮ ਨੂੰ ਅੱਗੇ ਚਲਾਉਣ ਤੋਂ ਪਹਿਲਾਂ ਆਓ ਪਹਿਲਾਂ ਇੱਕ ਗੀਤ ਵੱਲ ਜਾਂਦੇ ਹਾਂ। ਗੀਤ ਤੋਂ ਬਾਅਦ ਫਿਰ ਅਸੀਂ ਇਹ ਆਪਣੀ ਚਰਚਾ ਜਿਹੜੀ ਆ ਉਹ ਸ਼ੁਰੂ ਕਰਾਂਗੇ। ਆਓ ਪਹਿਲਾਂ ਇੱਕ ਤਥਾਗਤ ਬੁੱਧ ਬਾਰੇ ਗੀਤ ਸੁਣੀਏ।
ਅੱਜ ਔਰ ਕੱਲ ਨੂੰ ਇਹ 3 ਦਿਨ ਦਾ ਪ੍ਰੋਗਰਾਮ ਇਸੇ ਤਰ੍ਹਾਂ ਹੀ ਚੱਲੇਗਾ। ਕੱਲ ਦਾ ਜੋ ਪ੍ਰੋਗਰਾਮ ਸੀ ਉਹ ਸੀਤਲ ਕੌਲ ਜੀ ਦੇ ਫੈਮਿਲੀ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਕਰਵਾਇਆ ਗਿਆ ਸੀ। ਅੱਜ ਲੇਡੀਜ਼ ਬੁੱਧਿਸਟ ਗਰੁੱਪ ਵੋਲਵਰਹੈਂਪਟਨ ਵੱਲੋਂ ਇਹ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਕੱਲ ਗੱਲ ਕਰ ਦਿੱਤੀ ਗਈ ਆ ਉਹ ਦੁਬਾਰਾ ਰਿਪੀਟ ਨਾ ਹੋਵੇ, ਤਾਂ ਕਿ ਵੱਧ ਤੋਂ ਵੱਧ ਤਥਾਗਤ ਬੁੱਧ ਦੀਆਂ ਜੋ ਸਿੱਖਿਆਵਾਂ ਹਨ ਉਹ ਤੁਹਾਡੇ ਅੱਗੇ ਅਸੀਂ ਪੇਸ਼ ਕਰ ਸਕੀਏ। ਆਓ ਹੁਣ ਮੈਂ ਪ੍ਰਧਾਨ ਜੀ ਵੱਲ ਜਾਂਦਾ ਹਾਂ। ਉਹਨਾਂ ਤੋਂ ਇਹ ਪੁੱਛਣਾ ਚਾਹਾਂਗਾ ਕਿ ਜਦੋਂ ਤਥਾਗਤ ਬੁੱਧ ਨੂੰ ਗਿਆਨ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਕਿਸ ਨੂੰ ਅਤੇ ਕਦੋਂ ਇਹ ਲਫ਼ਜ਼ ਕਹੇ ਕਿ ਆਪਣੇ ਦੀਪਕ ਆਪ ਬਣੋ। ਧੰਨਵਾਦ ਚਲੀ ਸਾਹਿਬ। ਸਭ ਤੋਂ ਪਹਿਲਾਂ ਮੈਂ ਜਗਤ ਭਾਰਤ ਦੇ ਪ੍ਰਾਣੀਆਂ ਨੂੰ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਵੱਲੋਂ ਬੁੱਧ ਪੂਰਨਿਮਾ ਦੀਆਂ ਲੱਖ ਲੱਖ ਵਧਾਈ ਦਿੰਦਾ, ਕਿਉਂਕਿ ਜਿਸ ਤਰ੍ਹਾਂ ਚਲੀ ਸਾਹਿਬ ਨੇ ਪਹਿਲਾਂ ਦੱਸਿਆ ਕਿ ਇਹ 3 ਇਵੈਂਟਸ ਨੇ, ਉਹਨਾਂ ਦਾ ਜਨਮ, ਉਹਨਾਂ ਨੂੰ ਗਿਆਨ ਪ੍ਰਾਪਤ ਹੋਣਾ ਅਤੇ ਉਹਨਾਂ ਦਾ ਮਹਾਪਰਿਨਿਰਵਾਣ ਪ੍ਰਾਪਤ ਹੋਣਾ। ਅਤੇ ਜੋ ਸਵਾਲ ਪੁੱਛਿਆ ਹੈ, ਇਹ ਚਲੀ ਸਾਹਿਬ ਜਦੋਂ ਇਹ ਵਿਸ਼ਾਲੀ ਦੇ ਵਿੱਚ ਜੀ ਤਥਾਗਤ ਬੁੱਧ ਜਿਹੜੇ ਸੀ ਉਹਨਾਂ ਨੂੰ ਵਿਸ਼ਾਲੀ ਦੇ ਵਿੱਚ ਮਾਘੀ ਦੀ ਪੂਰਨਿਮਾ ਵਾਲੇ ਦਿਨ ਜੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਅੱਜ ਤੋਂ 3 ਮਹੀਨੇ ਬਾਅਦ ਜੀ ਮੈਂ ਮਹਾਪਰਿਨਿਰਵਾਣ ਨੂੰ ਪ੍ਰਾਪਤ ਕਰ ਲਵਾਂਗਾ, ਤੇ ਵਿਸ਼ਾਲੀ ਨੂੰ ਅਲਵਿਦਾ ਕਹਿ ਗਏ ਸੀ। ਤੇ ਉੱਥੋਂ ਫਿਰ ਉਹ ਆਪਣੇ ਕੁਸ਼ੀਨਾਰਾ ਨੂੰ ਚੱਲ ਪਏ ਸੀਗੇ। ਤੁਹਾਡੇ ਕਹਿਣ ਦਾ ਮਤਲਬ ਆ ਕਿ ਤਥਾਗਤ ਬੁੱਧ ਨੇ
3 ਮਹੀਨੇ ਪਹਿਲਾਂ ਹੀ ਦੱਸ ਦਿੱਤਾ ਪਹਿਲਾਂ ਸੀ ਕਿ 3 ਮਹੀਨੇ ਤੋਂ ਬਾਅਦ मैंने महापरिनिर्वाण प्राप्त कर लेना जी। ਤੇ ਜਦੋਂ ਇਹ ਮਹਾਪਰਿਨਿਰਵਾਣ ਉਹਨਾਂ ਨੇ ਇਹ ਪਰਿਵਾਰਨ ਦਾ ਐਲਾਨ ਕੀਤਾ ਤੇ ਉਦੋਂ ਜਦੋਂ ਫਿਰ ਇਹ ਕੁਸ਼ੀਨਾਰਾ ਦੇ ਵਿੱਚ ਆਏ, ਬਗੀਚੇ ਦੇ ਵਿੱਚ ਬੈਠੇ ਆ ਜੀ, ਤੇ ਉਦੋਂ ਫਿਰ ਉਹਨਾਂ ਨੇ ਕਿਹਾ ਕਿ ਵੀ ਹੁਣ ਮੇਰਾ ਆਨੰਦ, ਮੇਰਾ ਟਾਈਮ ਆ ਗਿਆ ਹੁਣ ਜੀ। ਤੇ ਆਨੰਦ ਜਿਹੜੇ ਬੜੇ ਬਹੁਤ ਹੀ ਮਤਲਬ ਉਹਨਾਂ ਨੂੰ ਮਤਲਬ ਫਿਕਰ ਲੱਗ ਗਿਆ, ਬੜੇ ਉਦਾਸ ਹੋ ਗਏ ਤੇ ਇੱਕ ਤਰ੍ਹਾਂ ਇੱਕ ਸਾਈਡ ਤੇ ਜਾ ਕੇ ਉਹਨਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਕਿ ਹੁਣ ਤਥਾਗਤ ਸਾਡੇ ਵਿੱਚ ਨਹੀਂ ਰਹਿਣੇ। ਤਾਂ ਲੇਕਿਨ ਜਦੋਂ ਉਹਨਾਂ ਨੂੰ ਤਥਾਗਤ ਨੂੰ ਪਤਾ ਲੱਗਾ ਕਿ ਆਨੰਦ ਜੀ ਉਧਰ ਰੋ ਰਹੇ ਨੇ, ਤਾਂ ਉਹਨਾਂ ਨੂੰ ਬੁਲਾਇਆ, ਕਹਿੰਦੇ ਆਨੰਦ ਰੋਵੋ ਨਾ ਜੀ, ਤਾਂ ਆਪਣਾ ਦੀਪਕ ਆਪ ਬਣੋ ਜੀ। ਉਹਨਾਂ ਨੂੰ ਪੁੱਛਿਆ ਕਿ ਤਥਾਗਤ ਅੱਜ ਤੋਂ ਜਦੋਂ ਤੁਹਾਡਾ ਪਰਿਨਿਰਵਾਣ ਹੋ ਜਾਣਾ ਆ, ਉਦੋਂ ਬਾਅਦ ਸਾਡੇ ਲਈ ਕੌਣ ਸਾਡਾ ਉੱਤਰਾਧਿਕਾਰੀ ਹੋਊਗਾ, ਸਾਡੇ ਵਿੱਚ ਤੁਸੀਂ ਨਹੀਂ ਹੋਣਾ। ਉਹਨਾਂ ਨੇ ਸਮਝਾਇਆ, ਬੜੇ ਤਰੀਕੇ ਦੇ ਨਾਲ ਸਮਝਾਇਆ, ਆਪੋ ਦੀਪੋ ਭਵ, ਕਿ ਆਪਣਾ ਦੀਪਕ ਆਪ ਬਣ ਆਨੰਦ, ਕਿ ਆ ਜਿਹੜਾ ਮੈਂ ਤੁਹਾਨੂੰ ਧੰਮ ਦੇ ਕੇ ਚੱਲਿਆ ਆ, ਇਹ ਤੁਹਾਡਾ ਉੱਤਰਾਧਿਕਾਰੀ ਆ। ਮੈਂ ਜੋ ਕੁਝ ਦੱਸਣਾ ਸੀ ਮੈਂ ਦੱਸ ਦਿੱਤਾ, ਉਹ ਧੰਮ ਦੇ ਵਿੱਚ ਆ। ਤੇ ਇਸ ਤਰ੍ਹਾਂ ਉਹਨਾਂ ਨੂੰ ਕਿਹਾ ਕਿ ਆਪਣੇ ਸਵਾਮੀ ਆਪ ਬਣੋ, ਕਿਸੇ ਤੇ ਨਿਰਭਰ ਨਾ ਰਹੋ, ਆਪਣੀ ਬੁੱਧੀ ਦੇ ਉਹਦੇ ਸਵਾਮੀ ਬਣੋ, ਉਹਦੇ ਸੰਗ ਦੇ ਸਵਾਮੀ ਬਣੋ, ਧੰਮ ਦੇ ਦੇ ਬਣੋ। ਤੇ ਇਸ ਤਰ੍ਹਾਂ ਉਹਨਾਂ ਨੂੰ ਸਮਝਾਇਆ ਤੇ ਤਥਾਗਤ ਬੁੱਧ ਨੇ ਫਿਰ ਇਸ ਤਰ੍ਹਾਂ ਉਹਨੂੰ ਸਮਝਾ ਕੇ ਫਿਰ ਉਹਨੂੰ ਧੀਰਜ ਆਇਆ ਆਨੰਦ ਨੂੰ, ਕਿਉਂਕਿ ਆਨੰਦ ਹੀ ਸੀ ਕਿ ਜਦੋਂ ਤਥਾਗਤ ਬਜ਼ੁਰਗ ਹੋ ਗਏ ਸਨ ਤੇ ਸਭ ਤੋਂ ਜ਼ਿਆਦਾ ਜਿਹੜੀ ਸੇਵਾ ਆ ਉਹ ਆਨੰਦ ਨੇ ਕੀਤੀ। 25 ਸਾਲ ਉਹਨਾਂ ਨੇ ਤਥਾਗਤ ਦੀ ਸੇਵਾ ਕੀਤੀ। ਤਾਂ ਇਹ ਲਫ਼ਜ਼ ਫਿਰ ਉਹਨਾਂ ਨੇ ਇਹ ਜਿਹੜਾ ਸੰਦੇਸ਼ ਆ, ਇੱਕ ਅੱਜ ਵੀ ਉਸੇ ਤਰ੍ਹਾਂ ਹੀ ਸਿੱਧ ਹੁੰਦਾ ਹੈ ਕਿ ਸਾਨੂੰ ਆਪਣੇ ਦੀਪਕ ਆਪ ਬਣਨਾ ਚਾਹੀਦਾ ਹੈ, ਆਪਣੇ ਸਵਾਮੀ ਆਪ ਬਣਨਾ ਚਾਹੀਦਾ ਹੈ, ਸੈਲਫ ਸਫੀਸ਼ੀਐਂਟ ਬਣਨਾ ਚਾਹੀਦਾ, ਤਾਂ ਹੀ ਅਸੀਂ ਆਪਣੀ ਗਾਂ ਦੀ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਸਕਦੇ ਹਾਂ। ਤਥਾਗਤ ਦਾ ਬੁੱਧ ਦਾ ਜੋ ਸੰਦੇਸ਼ ਹੈ ਉਹ ਮਾਨਵ ਦੇ ਲਈ ਹੈ ਜੀ। ਓਕੇ, ਮੇਰਾ ਅਗਲਾ ਸਵਾਲ ਹੈ, ਮੈਂ ਇਹਨੂੰ ਬਹੁਤ ਇੰਪੋਰਟੈਂਟ ਸਮਝਦਾ ਇਸ ਸਵਾਲ ਨੂੰ, ਕਿ ਸਾਡੇ ਜਿਹੜੇ ਲੋਕ ਨੇ ਉਹ ਗਿਆਨ ਔਰ ਵਿਗਿਆਨ ਦੇ ਅੰਤਰ ਨੂੰ ਨਹੀਂ ਸਮਝਦੇ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਇਹਨੂੰ ਡਿਫਾਈਨ ਕਰੋਗੇ ਥੋੜਾ ਜਿਹਾ ਕਿ ਗਿਆਨ ਔਰ ਵਿਗਿਆਨ ਦੇ ਵਿੱਚ ਕੀ ਫਰਕ ਆ, ਕੀ ਅੰਤਰ ਆ? ਇਹ ਬਹੁਤ ਇੰਪੋਰਟੈਂਟ ਸਵਾਲ ਆ, ਕਿਉਂਕਿ ਤਥਾਗਤ ਦਾ ਜੋ ਧਰਮ ਹੈ ਉਹ ਹੈ ਹੀ ਵਿਗਿਆਨ ਜੀ, ਕਿਉਂਕਿ ਤਥਾਗਤ ਦਾ ਮੀਨਿੰਗ ਵੀ ਹੈ ਕਿ ਤੱਥਾਂ ਦੇ ਆਧਾਰਿਤ। ਤਥਾਗਤ ਨੇ ਉਹੀ ਗੱਲ ਕਹੀ ਜਿਹਦੇ ਤੱਥ ਨੂੰ ਉਹਨਾਂ ਨੇ ਉਹਨੂੰ ਪ੍ਰੂਵ ਕੀਤਾ। ਗਿਆਨ ਆ, ਗਿਆਨ ਸਾਨੂੰ ਮਤਲਬ ਸ਼ਾਸਤਰਾਂ ਚੋਂ ਮਿਲ ਜਾਂਦਾ, ਸਾਡੇ ਵੱਡੇ ਵਡੇਰਿਆਂ ਤੋਂ ਮਿਲ ਜਾਂਦਾ, ਜਾਂ ਮਤਲਬ ਸਾਡੇ ਜਿਹੜੇ ਮਹਾਪੁਰਸ਼ ਰਹੇ ਉਹਨਾਂ ਤੋਂ ਮਿਲ ਜਾਂਦਾ। ਲੇਕਿਨ ਜੋ ਗਿਆਨ ਤੇ ਵਿਗਿਆਨ ਦੇ ਵਿੱਚ ਫਰਕ ਇਹ ਆ ਕਿ ਜਿੰਨਾ ਚਿਰ ਤੁਸੀਂ ਉਹਨੂੰ ਆਪਣੀ ਕਸੌਟੀ ਤੇ ਉਹਨੂੰ ਲੈਬ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਪ੍ਰਯੋਗ ਕਰਕੇ ਦੇਖ ਨਹੀਂ ਸਕਦੇ। ਕਿ ਗਿਆਨ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਜਿਸ ਤਰ੍ਹਾਂ ਕਿ ਇੱਕ ਫਿਲਾਸਫਰ ਨੇ, ਇੱਕ ਸਾਇੰਟਿਸਟ ਨੇ ਲਿਖ ਦਿੱਤਾ ਕਿ H2O = ਵਾਟਰ ਜੀ, ਲੇਕਿਨ ਅਸੀਂ ਪੜ੍ਹ ਤਾਂ ਲਿਆ ਜੀ, ਲੇਕਿਨ ਪਤਾ ਉਦੋਂ ਹੀ ਲੱਗਣਾ ਜਦੋਂ ਅਸੀਂ ਉਹਨੂੰ ਟੈਸਟ ਕਰਕੇ ਦੇਖਾਂਗੇ। 2 ਹਿੱਸੇ ਹਾਈਡਰੋਜਨ ਦੇ, 1 ਹਿੱਸਾ ਆਕਸੀਜਨ ਦਾ, ਤੇ ਉਹ ਪਾਣੀ ਬਣ। ਇਸੇ ਤਰ੍ਹਾਂ ਜਿਹੜੀ ਵੀ ਗੱਲ ਹੈ, ਤਥਾਗਤ ਬੁੱਧ ਨੇ ਕਿਹਾ ਕਿ ਬੇਸ਼ੱਕ ਮੈਂ ਤੁਹਾਨੂੰ ਦੱਸਿਆ ਆ, ਮੇਰੀ ਹਰ ਇੱਕ ਗੱਲ ਤੁਸੀਂ ਆਪਣੀ ਕਸੌਟੀ ਤੇ ਪਰਖ ਕੇ ਉਹਨੂੰ ਫਿਰ ਜਦੋਂ ਉਹ ਠੀਕ ਉਤਰਦੀ ਆ ਤਾਂ ਫਿਰ ਤੁਸੀਂ ਮੰਨਣਾ। ਤੇ ਇਹਨੂੰ ਕਹਿੰਦੇ ਹਨ ਵਿਗਿਆਨ, ਗਿਆਨ ਤੋਂ ਵਿਗਿਆਨ। ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਗਿਆਨ ਆ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਲਿਖੀ ਹੋਈ ਆ, ਉਹ ਗਿਆਨ ਆ ਜੀ। ਗੁਰੂ ਰਵਿਦਾਸ ਜੀ ਨੇ ਬਾਣੀ ਲਿਖੀ ਆ, ਉਹ ਗਿਆਨ ਆ। ਤਥਾਗਤ ਬੁੱਧ ਨੇ ਜਿਹੜੀ ਗਿਆਨ ਦਿੱਤਾ, ਉਹ ਗਿਆਨ ਆ। ਲੇਕਿਨ ਉਸ ਗਿਆਨ ਨੂੰ ਜਿੰਨਾ ਚਿਰ ਤੁਸੀਂ ਅਪਣਾ ਕੇ, ਪ੍ਰੈਕਟੀਕਲੀ ਆਪਣੇ ਉੱਤੇ ਅਪਣਾ ਕੇ ਉਹਨੂੰ ਅਨੁਭਵ ਨਹੀਂ ਕਰਦੇ, ਉਨਾ ਚਿਰ ਉਸ ਗਿਆਨ ਦਾ ਕੋਈ ਫਾਇਦਾ ਨਹੀਂ। ਫਾਇਦਾ ਉਦੋਂ ਹੋਣਾ ਜਦੋਂ ਉਸ ਗਿਆਨ ਨੂੰ ਆਪਣੇ ਉੱਤੇ ਤੁਸੀਂ ਅਨੁਭਵ ਕਰਨਾ, ਤੁਸੀਂ ਮਹਿਸੂਸ ਕਰਨਾ, ਫਿਰ ਉਹ ਗਿਆਨ ਤੋਂ ਵਿਗਿਆਨ ਬਣਨਾ। ਇਸ ਕਰਕੇ ਅਸੀਂ ਗਿਆਨੀ ਨਹੀਂ ਬਣਨਾ, ਅਸੀਂ ਵਿਗਿਆਨੀ ਬਣਨਾ। ਕੌਲ ਸਾਹਿਬ, ਹੁਣ ਮੈਂ ਤੁਹਾਡੇ ਵੱਲ ਆਉਣਾ, ਕਿਉਂਕਿ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਤਥਾਗਤ ਬੁੱਧ ਨੇ ਸਾਨੂੰ ਦੁੱਖ ਕੀ ਆ, ਦੁੱਖ ਦਾ ਕਾਰਨ ਕੀ ਆ, ਤੇ ਦੁੱਖ ਦਾ ਨਿਵਾਰਨ ਕੀ ਆ। ਦੁੱਖ ਦੇ ਨਿਵਾਰਨ ਵਾਸਤੇ ਉਹਨਾਂ ਨੇ ਆਪਣੇ ਉਪਾਸਕਾਂ ਨੂੰ, ਕਿਉਂਕਿ ਉਦੋਂ ਪਾਲੀ ਭਾਸ਼ਾ ਚੱਲਦੀ ਸੀ, ਪਾਣਤ ਪਾਤਾ ਵੇਰਮਣੀ ਸਿੱਖਾ ਪਦਮ ਸਮਾਧਿਆਮੀ
अदीना दाना वेरमणि सिक्खापदम समादयामि कामेश मिच्छाचारा वेरमणि सिक्खापदम समादयामि मूसा वादा वेरमणि सिक्खापदम समादयामि सूरा मेरिया मज्जम पादम थाना वेरमणि सिक्खापदम समादयामि। ये पंचशील दिते सी। हाँ जी। ਕੀ ਤੁਸੀਂ ਇਹ ਦੱਸੋਗੇ ਕਿ ਇਹ ਜਿਹੜੇ ਪੰਚਸ਼ੀਲ ਆ ਪੰਜਾਬੀ ਦੇ ਵਿੱਚ ਇਹਦੀ ਵਿਆਖਿਆ ਕਰੋਗੇ ਕਿ ਇਹ ਕੀ ਆ? ਕਿਉਂਕਿ ਤਥਾਗਤ ਬੁੱਧ ਨੇ ਇਹ ਗੱਲ ਕਹੀ ਸੀ, ਅਗਰ ਤੁਸੀਂ ਇਹਨਾਂ ਪੰਚਸ਼ੀਲਾਂ ਨੂੰ ਅਪਣਾ ਲਓਗੇ ਤਾਂ ਜਿਹੜੇ ਤੁਹਾਡੇ ਦੁੱਖ ਆ ਉਹ 80% ਤਾਂ ਉਦਾਂ ਹੀ ਕੱਟੇ ਜਾਣਗੇ। ਤਾਂ ਤੁਸੀਂ ਕੀ ਇਹਦੀ ਵਿਆਖਿਆ ਕਰੋਗੇ? ਇਹ ਜਿਹੜੇ ਪੰਚਸ਼ੀਲ ਤਥਾਗਤ ਬੁੱਧ ਨੇ ਦਿੱਤੇ ਸੀ ਉਹ ਕੀ ਹਨ? ਚਲੀ ਸਾਹਿਬ ਥੈਂਕ ਯੂ ਵੈਰੀ ਮਚ। ਮੇਰੀ ਵੱਲੋਂ ਵੀ ਸਾਰੇ ਸਰੋਤਿਆਂ ਨੂੰ, ਸਾਰੀ ਜਗਤ ਨੂੰ, ਸਾਰੇ ਸੰਸਾਰ ਨੂੰ ਬੁੱਧਾ ਜਯੰਤੀ ਦੀਆਂ ਲੱਖ ਲੱਖ ਵਧਾਈਆਂ। ਇਹਨਾਂ ਨੂੰ ਬੁੱਧਾ ਜਯੰਤੀ ਵੀ ਕਿਹਾ ਜਾਂਦਾ ਹੈ ਚਲੀ ਸਾਹਿਬ, ਇਹਨੂੰ ਵਿਸਾਖ ਪੂਰਨਿਮਾ ਵੀ ਕਿਹਾ ਜਾਂਦਾ ਹੈ ਜੀ, ਕਿਉਂਕਿ ਵਿਸਾਖ ਪੂਰਨਿਮਾ ਬਹੁਤ ਹੀ ਇੰਪੋਰਟੈਂਟ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਭਗਵਾਨ ਬੁੱਧ ਦਾ ਜਨਮ ਵੀ ਔਰ ਗਿਆਨ ਪ੍ਰਾਪਤੀ ਵੀ ਔਰ ਮਹਾਪਰਿਨਿਰਵਾਣ ਵੀ ਇਸ ਦਿਨ ਹੋਇਆ ਸੀ। ਇਸ ਕਰਕੇ ਜੋ ਬੁੱਧਿਸਟ ਕੈਲੰਡਰ ਹੈ ਸਭ ਤੋਂ ਇੰਪੋਰਟੈਂਟ ਦਿਨ ਜੋ ਹੈ ਉਹ ਵਿਸਾਖ ਪੂਰਨਿਮਾ ਦਾ ਹੀ ਹੈ, ਤਾਂ ਜਿਸ ਨੂੰ ਆਪਾਂ ਹਿੰਦੀ ਵਿੱਚ ਬੁੱਧਾ ਜਯੰਤੀ ਵੀ ਕਹਿੰਦੇ ਹਾਂ। ਤਾਂ ਤੁਸੀਂ ਮੈਨੂੰ ਇਹ ਸਵਾਲ ਕੀਤਾ ਕਿ ਪੰਚਸ਼ੀਲ ਦੇ ਮਤਲਬ ਪੰਜਾਬੀ ਵਿੱਚ ਕੀ ਹਨ। ਪਹਿਲਾ ਸ਼ੀਲ ਹੈ ਕਿ ਪ੍ਰਾਂਤਿਪਾਤਾ ਬੇਰਮਣੀ ਸਿੱਖਾ ਪਦਮ ਸਮਾਦਿਆਮੀ, यानी मैं किसी भी जीव हत्या नहीं करूँगा, इनकलूड अपने एनीमल भी। ये जानी पंजाबी विच बनदा, क्योंकि किसी ने मैनू सवाल किया सी कि जी अज वो फालानिया नू फांसी होनी आ, तुहाडा की विचार है जी। मैं उन्होंने ये दसिया कि असी तो पंचशील नू मनण वाले लोग हैं। पंचशील का पहला ही असूल जो है प्राणतिपाता बेरमणी सिक्खा पदन समाधियामी, यानी किसी दे प्राण नहीं लेने। असी तो चाहे कोई जानवर है, लोग इत्थे जानवरां नू कटदे आ और कहते हैं कि साडे दुख कट्टे जाने हैं। असी जो जो बुद्धिस्ट लोग है ये हर किते करुणा करते हैं, मैत्री करते हैं। तो जानवर ते भी और इंसान ते भी जो लागू हुंदा प्राण किसी दे लैण दे खिलाफ। दूसरा है अधीन अदाना बेरमणी सिक्खा पदन समाधियामी, यानी मैं किसी की चित्ती हुई चीज़ नू स्वीकार नहीं करूँगा, भाव मैं चोरी नहीं करूँगा। कामेश मुच्छाचारा बेरमणी सिक्खा पदन समाधियामी, यानी ये है कि मैं जो काम है उसनू मैं अपने कंट्रोल च रखांगा। जिस तरह भी मैं दूसरे की कहते होंगे धी भैन नू अपने धी भैन समझूंगा, दूसरे नू इज्जत समझांगा। ये जो पंजाबी विच है जी। ते बाकी हैगा मूसा वादा बेरमणी सिक्खा पदन समाधियामी, मैं अपने झूठ नहीं बोलांगा, मैं किसी की चुगली नहीं करांगा, किसी की निंदिया नहीं करांगा। ये पंजाबी विच बनता है। सूरा मेरे माझा पम्मा डठाना बेरमणी सिक्खा पदन समाधियामी। अज संसार दे विच जो सब तो बड़ा इस वेले एक क्राइम है वो अपने जो नशे आ वो आ, जो अजकल एडिक्टेड हुए लोग ड्रगां दे उत्ते। इस बारे भगवान बुद्ध ने कहा है कि उस मौके भी ये चली साहब इसी तरह लोग सी। अगर सोसाइटी विच ये जो ड्रग्स हैं, ये जो नशे हैं, जो आदि हो जाते लोग, ये सब तो बड़ा सोसाइटी लई खतरा आ। ये परिवार उस शरीर लिए भी खतरा आ, उस परिवार लिए भी खतरा है, उस समाज लिए भी खतरा है, उस देश लिए खतरा है और संसार लिए खतरा है। इस करके भगवान बुद्ध ने इन्हां शीलां नूं सोसाइटी नूं चंगी तो चंगी बनाउण लई ये पंज शील दिते आ। तो ये कुछ मैं जो पंजाबी बच्चे मापदंड दिता है। हाँ जी, मापदंड है। हाँ जी, किस तरह तुसीं मतलब इस नूं चलोगे तो तुसीं भी और तुहाडा समाज भी अगे बढ़ूगा जी। अच्छा, अज तुसी बर्मिंघम दे विच एक इंटरनेशनल दी जो इकट्ठ दे विच गए सी, जिथे कि वख-वख देशां दे लोकां ने इकट्ठे हो के तथागत बुद्ध दी बुद्धा जयंती मनाई आ। वैस्ट मिडलैंड बुद्धिस्ट काउंसिल वालों मनाई आ। तुसी भी अज उत्थे गए सी, उहदे बारे कुछ दसोगे कि किन्नियां कंट्रियां दे लोग उत्थे सीगे और किस तरह दा वो प्रोग्राम सी? चली साहब बहुत सोहना तुसीं सवाल कीता, बहुत सोहना तुसीं सवाल कीता है। अज मैं मेरा मन बहुत खुश होया
ਅੱਜ ਬਰਮਿੰਘਮ ਦੇ ਜੋ ਆਪਣੇ ਆਰਟ ਐਂਡ ਮਿਊਜ਼ੀਅਮ ਆਰਟ ਗੈਲਰੀ ਹੈ ਉਹਦੇ ਵਿੱਚ ਕੌਲ ਸਾਹਿਬ ਮੈਂ ਤੁਹਾਨੂੰ ਇਹ ਸਵਾਲ ਜਿਹੜਾ ਆ ਬ੍ਰੇਕ ਤੋਂ ਬਾਅਦ ਕਰਾਂਗਾ ਕਿਉਂਕਿ ਹੁਣ ਆਪਣੀ ਬ੍ਰੇਕ ਦਾ ਟਾਈਮ ਹੋ ਗਿਆ ਹੈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮਿਲਦੇ ਹਾਂ। ਨਮੋ ਬੁੱਧਾ, ਜੈ ਭੀਮ। ਚੱਲੀ ਸਾਹਿਬ ਤੁਸੀਂ ਬ੍ਰੇਕ ਬਹੁਤ ਜ਼ਿਆਦਾ ਲਵਾਉਣ ਨੇ ਸਾਡੇ। दर्शन नू मैं आई तेरे दर्शन नू, मैं आई तेरे दर्शन नू, मैं आई तेरे दर्शन नू। हे बेटा सभी कार करो, मैं आई तेरे दर्शन नू, मैं आई तेरे दर्शन नू। करुणा के सागर गौतम, हे करुणा के सागर गौतम, हे करुणा के सागर गौतम, हे करुणा के सागर गौतम। हे कृपालु दयालु गौतम, हे कृपालु दयालु गौतम। मेरे जीवन दायो धार करो, मैं आई तेरे दर्शन नू, मैं आई तेरे दर्शन नू। ए भेंट सभी कार करो, मैं आई तेरे दर्शन नू, मैं आई तेरे दर्शन नू। दुखों का कारण जानन वाले, दुखों का कारण जानन वाले, दुखों का कारण जानन वाले, दुखों का कारण जानन वाले। इंसान को इंसान मानने वाले, इंसान को इंसान मानने वाले, जगदा भी उद्धार करो, मैं आई तेरे दर्शन नू, मैं आई तेरे दर्शन नू। ए भेंट सभी कार करो, मैं आई तेरे दर्शन नू, मैं आई तेरे दर्शन नू। शांति मार्ग दिखाने वाले, शांति मार्ग दिखाने वाले, शांति मार्ग दिखाने वाले, शांति मार्ग दिखाने वाले। ज्ञान की ज्योत जगाने वाले, ज्ञान की ज्योत जगाने वाले, मेरे जीवन दायो धार करो, मैं आई तेरे दर्शन नू, मैं आई तेरे दर्शन नू। ए भेंट सभी कार करो, मैं आई तेरे दर्शन नू, मैं आई तेरे दर्शन नू।
ਅਸੀਂ ਭੂਲੇ ਭਟਕੇ ਇਨਸਾਨ, ਅਸੀਂ ਭੂਲੇ ਭਟਕੇ ਇਨਸਾਨ। ਅਸੀਂ ਭੁੱਲੇ ਭਟਕੇ ਇਨਸਾਨ, ਅਸੀਂ ਭੁੱਲੇ ਭਟਕੇ ਇਨਸਾਨ। ਤੁਸੀਂ ਮਾਰਗ ਦਾਤਾ ਹੋ ਭਗਵਾਨ, ਮਾਰਗ ਦਾਤਾ ਹੋ ਭਗਵਾਨ। ਤੁਸੀਂ ਮਾਰਗ ਦਾਤਾ ਹੋ ਭਗਵਾਨ, ਮਾਰਗ ਦਾਤਾ ਹੋ ਭਗਵਾਨ। ਇਸ ਜਗ ਦਾ ਵੀ ਉਧਾਰ ਕਰੋ, ਮੈਂ ਆਈ ਤੇਰੇ ਦਰਸ਼ਨ ਨੂੰ, ਮੈਂ ਆਈ ਤੇਰੇ ਦਰਸ਼ਨ ਨੂੰ। ਇਹ ਭੇਂਟ ਸਵੀਕਾਰ ਕਰੋ, ਮੈਂ ਆਈ ਤੇਰੇ ਦਰਸ਼ਨ ਨੂੰ, ਮੈਂ ਆਈ ਤੇਰੇ ਦਰਸ਼ਨ ਨੂੰ, ਮੈਂ ਆਈ ਤੇਰੇ ਮੈਂ ਆਈ ਤੇਰੇ ਦਰਸ਼ਨ ਨੂੰ। ਇਹ ਸਨ ਬੁੱਧਿਸਟ ਲੇਡੀਜ਼ ਗਰੁੱਪ ਅਤੇ ਦੀਸ਼ ਦਾਦਰਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਹਾਂਜੀ, ਹੁਣ ਕੌਲ ਸਾਹਿਬ ਤੁਹਾਡੇ ਵੱਲ ਆਉਣਾ। ਬ੍ਰੇਕ ਤੋਂ ਪਹਿਲਾਂ ਜੋ ਤੁਹਾਡੇ ਕੋਲੋਂ ਪੁੱਛਿਆ ਸੀ ਸਵਾਲ ਕਿ ਵੈਸਟ ਮਿਡਲੈਂਡ ਬੁੱਧਿਸਟ ਕਾਉਂਸਲ ਜਿਹੜੀ ਆ, ਉਹਨਾਂ ਨੇ ਬਰਮਿੰਘਮ ਦੀ ਆਰਟ ਗੈਲਰੀ ਦੇ ਵਿੱਚ ਅੱਜ ਤਥਾਗਤ ਬੁੱਧ ਦੀ ਜਯੰਤੀ ਮਨਾਈ ਆ। ਹਾਂਜੀ, ਉਸ ਦੇ ਬਾਰੇ ਦੱਸੋਗੇ ਕਿ ਉੱਥੇ ਹਾਂਜੀ ਚੱਲੀ ਸਾਹਿਬ, ਕਿਸ ਜਿਸ ਤਰ੍ਹਾਂ ਤਰ੍ਹਾਂ ਦਾ ਮੈਂ ਪਹਿਲਾਂ ਪ੍ਰੋਗਰਾਮ ਸੀ? ਕਿਹਾ ਕਿ ਬੁੱਧ ਜਯੰਤੀ ਸਾਰੇ ਸੰਸਾਰ ਦੇ ਵਿੱਚ ਮਨਾਈ ਜਾ ਰਹੀ ਹੈ। ਅੱਜ ਐਕਚੁਅਲੀ ਬੁੱਧ ਜਯੰਤੀ ਦਾ ਦਿਨ ਹੈ ਜੀ। ਅੱਜ ਵਿਸਾਖ ਪੂਰਨਿਮਾ ਅੱਜ ਆ। ਜੀ। ਅੱਜ ਸਾਰੇ ਸੰਸਾਰ ਦੇ ਵਿੱਚ ਮਨਾਈ ਜਾ ਰਹੀ ਹੈ। ਸਾਨੂੰ ਕਮੇਟੀ ਨੂੰ, ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਨੂੰ ਸੱਦਾ ਪੱਤਰ ਆਇਆ ਸੀ ਜੀ। ਤੇ ਅਸੀਂ ਅੱਜ ਜਾਣ ਦਾ ਮੌਕਾ ਮਿਲਿਆ। ਔਰ ਉੱਥੇ ਜੋ ਅੱਜ ਜਗਦੀਸ਼ ਦਾਦਰੇ ਨੇ ਔਰ ਬੁੱਧਿਸਟ ਲੇਡੀਜ਼ ਗਰੁੱਪ ਨੇ ਇੱਥੇ ਆਪਾਂ ਨੂੰ ਇੱਕ ਗਾਥਾ ਸੁਣਾਈ ਹੈ। ਇਹਨਾਂ ਨੇ ਉੱਥੇ ਵੀ 2 ਗਾਥਾ ਸੁਣਾਈਆਂ ਜੀ। ਹਾਂਜੀ। ਪਰ ਮੈਂ ਹੈਰਾਨ ਰਹਿ ਗਿਆ ਝੱਲੀ ਸਾਹਿਬ ਜੀ। ਕਿ ਉੱਥੇ ਜਦੋਂ ਮੈਂ ਦੇਖੇ ਇੰਗਲਿਸ਼ ਲੋਕ, ਜੀ। ਗੋਰੇ ਲੋਕ, ਯੂਰਪੀਅਨ ਲੋਕ ਜਿਹੜੇ ਆ, ਉਹ ਪਾਲੀ ਵਿੱਚ ਭਗਵਾਨ ਬੁੱਧ ਦੀਆਂ ਗਾਥਾ ਬੋਲ ਰਹੇ ਆ। ਜੀ। ਸਾਨੂੰ ਹਾਲੇ ਪਾਲੀ ਵਿੱਚ ਉਹ ਬੋਲੀਆਂ ਨਹੀਂ ਆਉਂਦੀਆਂ, ਲੇਕਿਨ ਉਹ ਲੋਕ ਈਵਨ ਜਿਹੜਾ ਬੁੱਧ ਧਰਮ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੰਡੀਆ ਤੋਂ ਸ਼ੁਰੂ ਹੋਇਆ ਜੀ। ਹੈ, ਉਹ ਗੋਰੇ ਲੋਕ ਗਾਥਾ ਪਾਲੀ ਵਿੱਚ ਬੋਲ ਰਹੇ ਆ। ਮੈਂ ਬੜਾ ਹੈਰਾਨ ਹੋਇਆ ਸੁਣ ਕੇ। ਕੁਸ਼ਲਸ ਉਪਸੰਪਦਾ ਜੀ। ਸਚਿਤ ਪਰਿਜੋਧ ਪਾਨੰ ਇਹ ਤੰਗ ਬੁੱਧਾ ਅਨੁਸ਼ਾਸਨੰ, Yeah. ਕਿ ਸਾਰੇ ਪਾਪਾਂ ਦਾ ਨਹੀਂ ਕਰਨਾ ਇਹ ਮੇਰਾ ਧਰਮ ਆ। ਜੀ। ਕੁਸ਼ਲ ਕੰਮਾਂ ਦਾ ਕਰਨਾ ਇਹ ਮੇਰਾ ਧਰਮ ਆ। ਜੀ। ਤੇ ਆਪਣੇ ਕੁਸ਼ਲ ਕੰਮ ਕਰਦੇ ਕਰਦੇ ਆਪਣੇ ਚਿੱਤ ਨੂੰ ਸ਼ੁੱਧ ਬਣਾਈ ਰੱਖਣਾ ਇਹ ਬੁੱਧਾ ਦਾ ਆਦੇਸ਼ ਹੈ, ਇਹ ਬੁੱਧਾ ਦੀ ਦੇਸ਼ਨਾ ਹੈ, ਇਹ ਬੁੱਧਾ ਦਾ ਧਰਮ ਹੈ। ਜੀ। ਦੇਖੋ ਕਿੰਨੇ ਛੋਟੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਬਿਆਨ ਕਰਕੇ ਤੁਹਾਨੂੰ ਦੱਸ ਦਿੱਤਾ। ਥੈਂਕ ਯੂ। ਟਾਈਮ ਖਤਮ ਹੋ ਰਿਹਾ, ਲੇਕਿਨ ਇਸ ਲਈ ਆ ਕਿ ਐਤਵਾਰ ਵਾਲੇ ਦਿਨ ਬੁੱਧ ਵਿਹਾਰ ਦੇ ਵਿੱਚ 1 ਵਜੇ ਤੋਂ ਲੈ ਕੇ 4 ਵਜੇ ਤੱਕ ਬੁੱਧਾ ਜਯੰਤੀ ਮਨਾਈ ਜਾ ਰਹੀ ਹੈ। ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਉਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਹਿੱਸਾ ਲੈਣਾ ਹੈ। ਅੱਜ ਸਾਡਾ ਟਾਈਮ ਹੋ ਗਿਆ। ਕੱਲ ਨੂੰ ਇਹ ਪ੍ਰੋਗਰਾਮ ਫਿਰ 8 ਤੋਂ 9 ਵਜੇ ਤੱਕ ਆਵੇਗਾ। ਔਰ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਦੱਸ ਦਿਓ ਕਿ ਕੱਲ ਦਾ ਪ੍ਰੋਗਰਾਮ ਵੀ ਉਹ ਜ਼ਰੂਰ ਦੇਖਣ। ਇਹਨਾਂ ਸ਼ਬਦਾਂ ਦੇ ਨਾਲ ਹੀ ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਜੈ ਭਾਰਤ। ਜੀ, ਉਹਦਾ ਹੀ ਜੀਵਨ ਸਫਲ ਹੋਏਗਾ। ਸਾਡੀ ਜਾਣਕਾਰੀ ਨੇ ਯੂਐਨਓ ਵਿਸਾਖ ਪੂਰਨਿਮਾ ਮਨਾ ਰਹੇ ਨੇ। ਵਿਸਾਖ ਪੂਰਨਿਮਾ ਮਨਾ ਰਹੀ ਹੈ। ਹਾਂਜੀ, ਪਰ ਤੁਹਾਡੀ ਗੱਲ ਥੈਂਕ ਯੂ ਹਾਂਜੀ। ਜੀ। ਅੱਛਾ ਪ੍ਰਧਾਨ ਜੀ, ਹੁਣ ਮੈਂ ਤੁਹਾਡੇ ਕੋਲੋਂ ਪੁੱਛਦਾ ਕਿ ਤਥਾਗਤ ਬੁੱਧ ਦੇ ਧੰਮ ਵਿੱਚ 4 ਬ੍ਰਹਮ ਵਿਹਾਰ ਉਹ ਕੀ ਹਨ ਅਤੇ ਉਹਨਾਂ ਦੀ ਕੀ ਮਹੱਤਤਾ ਹੈ? ਥੈਂਕ ਯੂ ਝੱਲੀ ਸਾਹਿਬ। ਕਿਉਂਕਿ ਭਗਵਾਨ ਬੁੱਧ ਨੇ ਜਿਹੜੀ ਖੋਜ ਕੀਤੀ, ਦੁਨੀਆ ਦੁੱਖ ਹੈ, ਦੁੱਖ ਦਾ ਕਾਰਨ ਹੈ, ਦੁੱਖ ਦਾ ਨਿਵਾਰਨ ਆ, ਨਿਵਾਰਨ ਦਾ ਰਸਤਾ ਦੱਸਿਆ। ਉਹਦੇ ਨਾਲ ਆਪਣਾ ਸਟਾਂਗਿਕ ਮਾਰਗ ਦੱਸਿਆ। ਕਿਉਂਕਿ ਬੁੱਧ ਦਾ ਜੋ ਧਰਮ ਹੈ, ਤਥਾਗਤ ਦਾ ਬੁੱਧ ਮਾਨਵ ਲਈ ਹੈ ਕਿ ਮਾਨਵ ਨੂੰ ਉਹਨਾਂ ਨੇ ਆਦੇਸ਼ ਨਹੀਂ ਦਿੱਤੇ, ਉਹਨਾਂ ਨੇ ਉਪਦੇਸ਼ ਦਿੱਤੇ ਕਿ ਤੁਹਾਨੂੰ ਕੁਝ ਕਰਨਾ ਪਏਗਾ। ਤੁਸੀਂ ਆਪ, ਮੈਂ ਮੁਕਤੀ ਦਾਤਾ ਨਹੀਂ, ਮੈਂ ਮੁਕਤੀ ਮਾਰਗ ਦਾਤਾ ਆ, ਮੈਂ ਮੁਕਤੀ ਦਾਤਾ ਨਹੀਂ। ਸਾਨੂੰ ਉਹਨਾਂ ਨੇ ਰਸਤਾ ਇੱਕ ਦੱਸਿਆ। ਉਹਦੇ ਵਿੱਚ 4 ਜੋ ਬ੍ਰਹਮ ਵਿਹਾਰ ਆ ਨਾ, ਇਹਦੀ ਬੁੱਧਿਜ਼ਮ ਦੇ ਵਿੱਚ ਬਹੁਤ ਹੀ ਇੰਪੋਰਟੈਂਸ ਆ। ਕਿਉਂਕਿ ਇਹ ਮੈਂ ਤੁਹਾਨੂੰ ਹੁਣ ਉਹਦੀ ਵਿਆਖਿਆ ਕਰਾਂਗਾ। ਇੱਕ ਜੋ ਪਹਿਲਾ ਜੋ ਬ੍ਰਹਮ ਵਿਹਾਰ ਆ ਉਹ ਹੈ ਮੈਤਾ ਜੀ, ਕਿ ਲਵਿੰਗ ਕਾਈਂਡਨੈਸ ਜੀ, ਕਿ ਦੁਨੀਆ ਭਰ ਦੇ ਪ੍ਰਾਣੀਆਂ ਪ੍ਰਤੀ ਤੁਹਾਡੇ ਪਿਆਰ, ਮੁਹੱਬਤ, ਦੋਸਤੀ। ਇੱਥੋਂ ਤੱਕ ਨਹੀਂ
ਇੱਕ ਛੋਟੇ ਤੋਂ ਵੱਡੇ ਤੱਕ, ਛੋਟੇ ਕ੍ਰੀਏਚਰ ਤੱਕ, ਈਵਨ ਐਨੀਮਲ, ਉਹਦੇ ਤੱਕ ਵੀ ਤੁਹਾਡੀ ਲਵਿੰਗ ਕਾਈਂਡਨੈਸ ਹੋਣੀ ਚਾਹੀਦੀ ਹੈ। ਜੀ ਜਦੋਂ ਈਵਨ ਦੁਸ਼ਮਣ ਤੱਕ ਤੁਹਾਡੀ ਜਿਹੜੀ ਆ, ਜਦੋਂ ਆਪਾਂ ਬੁੱਧ ਵਿਹਾਰ ਦੇ ਵਿੱਚ ਮੈਤਰੀ ਭਾਵਨਾ ਨਹੀਂ ਕਰਦੇ, ਤੇ ਉਹਦੇ ਵਿੱਚ ਆਪਾਂ ਇਹੀ ਕਹਿੰਦੇ ਆ ਕਿ ਮੇ all being be happy and live in peace. May all being be free from suffering. ਅਸੀਂ ਮਤਲਬ ਸਾਡੇ ਦਿਲ ਦੇ ਵਿੱਚ ਇਹ ਇੱਛਾ ਆ ਕਿ ਜਿੱਦਾਂ ਅਸੀਂ ਚੰਗੀ ਤਰ੍ਹਾਂ ਰਹਿਣਾ ਚਾਹੁੰਦੇ ਆ, ਇਸੇ ਤਰ੍ਹਾਂ ਬਾਕੀ ਵੀ ਜੋ ਜਗਤ ਦੇ ਪ੍ਰਾਣੀ ਆ ਉਹ ਵੀ ਸ਼ਾਂਤੀ 'ਚ ਰਹਿਣ, ਸਫਰਿੰਗ ਤੋਂ ਦੂਰ ਰਹਿਣ। ਤੇ ਦੂਸਰਾ ਜਿਹੜਾ ਬ੍ਰਹਮ ਵਿਹਾਰ ਆ ਉਹ ਆਉਂਦਾ ਕਰੁਣਾ। ਜੀ ਕਰੁਣਾ ਆ ਕਿ ਇੱਕ ਡਿਜ਼ਾਇਰ ਪੈਦਾ ਕਰਨਾ ਕਿ ਮਦਦ ਕਰਨਾ, ਜੋ ਦੁਖੀ ਲੋਕ ਹਨ, ਜੋ ਦੁੱਖਾਂ ਦੇ ਵਿੱਚ ਫਸੇ ਹੋਏ ਹਨ, ਉਹਨਾਂ ਦੀ ਮਦਦ ਕਰਨਾ, ਕਿ ਬਈ ਉਹਨਾਂ ਤੁਹਾਡੇ ਦਿਲ ਦੇ ਵਿੱਚ ਇੱਛਾ ਹੋਣੀ ਚਾਹੀਦੀ ਆ। ਜਿਸ ਤਰ੍ਹਾਂ ਭਗਵਾਨ ਬੁੱਧ ਨੇ ਆਪ ਜਾ ਕੇ ਭਿਕਸ਼ੂਆਂ ਦੀ ਸੇਵਾ ਕੀਤੀ, ਇਹ ਤੁਹਾਡੇ ਵਿੱਚ ਵੀ ਇਹ ਹੋਣੀ ਚਾਹੀਦੀ ਆ ਕਿ ਜੇ ਕੋਈ ਬਿਮਾਰ ਆ ਜਾਂ ਕੋਈ ਨੀਡੀ ਪਰਸਨ ਹੈ, ਉਹਦੀ ਆਪਾਂ ਮਦਦ ਕਰਨੀ। ਤਾਂ ਇਹ ਮਤਲਬ ਉਹਨਾਂ ਦੂਸਰਾ ਬ੍ਰਹਮ ਵਿਹਾਰ ਹੈ। ਜਦੋਂ ਆਪਾਂ ਇਸ ਤਰ੍ਹਾਂ ਕਰਾਂਗੇ, ਇੱਕ ਬਹੁਤ ਵਧੀਆ ਸੁਖੀ ਸੰਸਾਰ ਬਣੂਗਾ, ਸਮਾਜ ਬਣੂਗਾ। ਆ ਜੋ ਦੁਨੀਆ ਦੇ ਦੁੱਖ ਆ, ਦੁਨੀਆ ਦੇ ਝਗੜੇ ਹੋਏ ਨੇ, ਉਹ ਖਤਮ ਹੋ ਜਾਣਗੇ। ਉਹਨਾਂ ਨੇ ਇੱਥੇ ਇਹ ਕਿਹਾ ਕਿ ਜੇ ਮਹਿਤਾ ਤੇ ਕਰੁਣਾ ਦੋਨੇ ਮਿਲ ਜਾਣ ਤਾਂ ਇਦਾਂ ਹੋਏਗਾ ਕਿ ਜਿਹੜਾ ਸੋਨੇ ਤੇ ਸੁਹਾਗਾ, ਕਿ ਇਹੋ ਜਿਹਾ ਮਤਲਬ ਆਪਾਂ ਸਮਾਜ ਤਿਆਰ ਕਰ ਸਕਦੇ ਹਾਂ। ਕਿਉਂਕਿ ਆਪਾਂ ਮਾਨਵਤਾ ਲਈ, ਬੁੱਧ ਧਰਮ ਜੋ ਹੈ ਮਾਨਵਤਾ ਲਈ ਹੈ, ਝਗੜਿਆਂ ਲਈ ਨਹੀਂ। ਤੇ ਤੀਸਰਾ ਬਹੁਤ ਵਧੀਆ ਉਹਨਾਂ ਭਗਵਾਨ ਬੁੱਧ ਨੇ ਸਾਨੂੰ ਬ੍ਰਹਮ ਵਿਹਾਰ ਵਿੱਚ ਦੱਸਿਆ, ਉਹ ਹੈ ਮੁੱਦਤਾ। ਉਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਸਿੰਪੈਥੈਟਿਕ ਜੋਏ, ਕਿ ਦੂਸਰਿਆਂ ਦੀ ਖੁਸ਼ੀ ਦੇ ਵਿੱਚ ਆਪ ਵੀ ਖੁਸ਼ੀ ਹੋਣਾ। ਠੀਕ ਹੈ, ਦੂਸਰਿਆਂ ਨੂੰ ਕਿਸੇ ਨੂੰ ਕਾਮਯਾਬੀ ਮਿਲਦੀ ਆ, ਈਰਖਾ ਨਹੀਂ ਕਰਨੀ, ਉਹਦੇ ਵਿੱਚ ਤੁਸੀਂ ਖੁਸ਼ ਹੋਣਾ। ਜੇ ਕਿਸੇ ਨੂੰ ਫਾਰਚੂਨ ਕੋਈ ਮਿਲਦੀ ਆ, ਉਹਦੇ ਵਿੱਚ ਖੁਸ਼ ਹੋਣਾ। ਤੇ ਜਿਸ ਤਰ੍ਹਾਂ ਇਸ ਤਰ੍ਹਾਂ ਹੀ ਖੁਸ਼ ਹੋਣਾ, ਇਸੇ ਤਰ੍ਹਾਂ ਜੇ ਕਿਸੇ ਨੂੰ ਦੁੱਖ ਆ, ਉਹਦੇ ਦੁੱਖ ਦੇ ਵਿੱਚ ਵੀ ਸ਼ਰੀਕ ਹੋਣਾ। ਮਤਲਬ ਇਹ ਸਿੰਪੈਥੈਟਿਕ ਜੋਏ, ਮੁੱਦਤਾ ਆ। ਤੇ ਚੌਥਾ ਜਿਹੜਾ ਉਹ ਉਦੋਂ ਵੀ ਇੰਪੋਰਟੈਂਟ ਹੈ, ਕਿਉਂਕਿ ਕੜੀ ਆ, ਇੱਕ ਤੋਂ ਬਗੈਰ ਦੂਸਰੀ ਕੜੀ ਤੋਂ ਬਗੈਰ ਇੱਕ ਚੱਲ ਨਹੀਂ ਸਕਦਾ। ਚਾਰ ਹੀ ਕੜੀਆਂ, ਇਹ ਇੱਕ ਤਰ੍ਹਾਂ ਦੇ ਪਿੱਲਰ ਆ ਬੁੱਧ ਧਰਮ ਦੇ। ਚੌਥਾ ਜੋ ਹੈ ਨਾ ਬਹੁਤ ਹੀ ਇੰਪੋਰਟੈਂਟ ਆ, ਉਹ ਪੇਖਾ। ਅੱਜ ਜੋ ਮਤਲਬ ਦੁਨੀਆ ਤੇ ਜੋ ਅੱਜ ਇਸ ਤਰ੍ਹਾਂ ਯੁੱਧ ਹੋ ਰਹੇ ਆ, ਝਗੜੇ ਹੋ ਰਹੇ ਨੇ, ਉਹ ਪੇਖਾ ਦੇ ਆ ਕਿ ਤੁਹਾਡੇ ਜਿਹੜੀ ਮਾਈਂਡ ਦੀ ਸਟੇਟ ਆ ਉਹ ਇਸ ਤਰ੍ਹਾਂ ਦੀ ਹੋ ਜਾਣੀ ਚਾਹੀਦੀ ਹੈ, ਕਿਉਂਕਿ ਪ੍ਰੈਕਟਿਸ ਦੇ ਨਾਲ ਹੋਣੀ ਆ, ਮੈਡੀਟੇਸ਼ਨ ਦੇ ਨਾਲ ਹੋਣੀ ਆ। ਉਹ ਹੈ ਕਿ ਜੋ ਦੁਨੀਆ ਦੇ ਅਲੌਕਿਕ 8 ਧਰਮ ਨੇ, ਉਹ ਹੈਗੇ ਆ ਲਾਭ ਅਲਾਭ, ਸੁੱਖ ਦੁੱਖ, ਜਸ ਅਪਜਸ, ਨਿੰਦਾ ਪ੍ਰਸ਼ੰਸਾ। ਉਹਨਾਂ ਨੇ ਭਗਵਾਨ ਬੁੱਧ ਨੇ ਕਿਹਾ ਕਿ ਤੁਹਾਡਾ ਮਾਈਂਡ ਇੰਨਾ ਸਟਰੋਂਗ ਬਣ ਜਾਣਾ ਚਾਹੀਦਾ ਹੈ, ਜੇ ਤੁਹਾਡਾ ਕੋਈ ਪ੍ਰਸ਼ੰਸਾ ਕਰਦਾ ਤੁਹਾਨੂੰ ਇੰਨਾ ਓਵਰਜੋਏ ਨਹੀਂ ਹੋ ਜਾਣਾ ਚਾਹੀਦਾ, ਤੇ ਜੇ ਤੁਹਾਡੀ ਕੋਈ ਨਿੰਦਾ ਕਰਦਾ ਇੰਨਾ ਗੁੱਸੇ 'ਚ ਵੀ ਨਹੀਂ ਹੋ ਜਾਣਾ ਚਾਹੀਦਾ, ਤੇ ਜੇ ਤੁਹਾਨੂੰ ਲਾਭ ਹੁੰਦਾ ਤੇ ਇੰਨਾ ਖੁਸ਼ ਨਹੀਂ ਹੋਣਾ ਚਾਹੀਦਾ, ਤੇ ਜੇ ਹਾਨੀ ਹੁੰਦੀ ਤਾਂ ਇੰਨਾ ਕ੍ਰੋਧਿਤ ਨਹੀਂ ਹੋਣਾ ਚਾਹੀਦਾ। ਤੁਹਾਡੇ ਮਤਲਬ ਮਾਈਂਡ ਦੀ ਜਿਹੜੀ ਸਟੇਟ ਹੈ ਨਾ, ਉਹ ਇੱਕੋ ਜਿਹੀ ਰਹਿਣੀ ਚਾਹੀਦੀ ਹੈ। ਜੇ ਤੁਹਾਡੀ ਜਸ ਕੋਈ ਕਰਦਾ, ਅਪਜਸ ਕਰਦਾ, ਲੇਕਿਨ ਤੁਹਾਡੇ ਤੇ ਕੋਈ ਫਰਕ ਨਹੀਂ ਪੈਣਾ। ਤੁਹਾਡਾ ਮਤਲਬ ਇਹ ਉਪੇਖਾ ਉਹਨਾਂ ਨੇ ਕਿਹਾ ਕਿ ਇਹ ਇਨਸਾਨ ਦੇ ਵਿੱਚ ਆਉਣੀ ਬਹੁਤ ਜ਼ਰੂਰੀ ਆ, ਤਾਂ ਕਿ ਸੁੱਖ ਦੁੱਖ ਵੇਲੇ, ਲਾਭ ਅਲਾਭ ਵੇਲੇ, ਪ੍ਰਸ਼ੰਸਾ ਨਿੰਦਾ ਵੇਲੇ, ਜਸ ਅਪਜਸ ਵੇਲੇ ਗੁੱਸਾ ਨਾ ਆਵੇ, ਜ਼ਿਆਦਾ ਓਵਰਜੋਏ ਨਾ ਕਰੇ। ਇਹ ਮਤਲਬ 4 ਬ੍ਰਹਮ ਵਿਹਾਰ ਤਥਾਗਤ ਬੁੱਧ ਨੇ ਦੱਸਿਆ। ਇਹ ਤਾਂ ਪ੍ਰਧਾਨ ਜੀ ਫਿਰ ਉਹ ਗੱਲ ਹੋ ਗਈ, ਜਿਸ ਤਰ੍ਹਾਂ ਕਿ ਦੂਸਰੇ ਧਰਮਾਂ ਦੇ ਵਿੱਚ ਭਗਤੀ ਕਹਿੰਦੇ ਆ, ਬੁੱਧਿਜ਼ਮ ਦੇ ਵਿੱਚ ਇਹ ਮੈਡੀਟੇਸ਼ਨ ਆ। ਮੈਡੀਟੇਸ਼ਨ ਦੇ ਨਾਲ ਤੁਸੀਂ ਆਪਣਾ ਜਿਹੜਾ ਮਾਈਂਡ ਆ ਉਹਦੇ ਉੱਤੇ ਕੰਟਰੋਲ ਇਸ ਤਰੀਕੇ ਨਾਲ ਕਰਨਾ ਕਿ ਜੇਕਰ ਕੋਈ ਤੁਹਾਨੂੰ ਗੁੱਸੇ ਦੀ ਗੱਲ ਕਹੇ, ਉਹਦਾ ਵੀ ਤੁਹਾਡੇ ਤੇ ਕੋਈ ਅਸਰ ਨਾ ਹੋਵੇ। ਜੇਕਰ ਕੋਈ ਤੁਹਾਡੀ ਪ੍ਰੇਜ਼ ਕਰੇ, ਉਹਦਾ ਵੀ ਅਸਰ ਨਾ ਹੋਵੇ। ਬਿਲਕੁਲ, ਹਾਂ, ਜਿਹੜਾ ਤੁਹਾਡਾ ਮਾਈਂਡ ਆ ਉਹ ਤੁਹਾਡਾ ਟ੍ਰੇਨਡ ਹੋਣਾ ਚਾਹੀਦਾ, ਤੁਹਾਡੇ ਕੰਟਰੋਲ 'ਚ ਹੋਣਾ ਚਾਹੀਦਾ। ਕਿਉਂਕਿ ਝਗੜੇ ਇਸ ਕਰਕੇ ਪੈਦਾ ਹੁੰਦੇ ਆ, ਕਿਉਂਕਿ ਕਿਸੇ ਮਾੜੀ ਜਿਹੀ ਗੱਲ ਕਹਿਤੀ, ਇੱਕਦਮ ਅਸੀਂ ਉਬਲ ਕੇ ਅਸੀਂ ਨੁਕਸਾਨ ਆਪਣਾ ਵੀ ਕਰਦੇ ਆ ਤੇ ਸਮਾਜ ਦਾ ਵੀ ਨੁਕਸਾਨ ਕਰਦੇ ਆ। ਇਹੀ ਤਾਂ ਤਥਾਗਤ ਬੁੱਧ ਨੇ ਸਮਝਾਇਆ ਕਿ ਸ਼ਾਂਤੀ ਦਾ ਮਾਰਗ, ਕਿ ਇਹ ਦੁਨੀਆ ਦੇ ਵਿੱਚ ਅੱਜ ਦੁਨੀਆ ਦੇ ਮੁਲਕ ਕਹਿ ਰਹੇ ਹਨ ਸਾਨੂੰ ਯੁੱਧ ਨਹੀਂ ਚਾਹੀਦਾ, ਸਾਨੂੰ ਬੁੱਧ ਚਾਹੀਦਾ ਜੀ। ਅੱਛਾ, ਇੱਕ ਗੱਲ ਤੁਸੀਂ ਪ੍ਰਧਾਨ ਜੀ ਦੱਸੋ ਕਿ ਧਰਮ ਇਨਸਾਨ ਲਈ ਕਿਉਂ ਜ਼ਰੂਰੀ ਆ? ਬਹੁਤ ਵਧੀਆ ਸਵਾਲ ਹੈ, ਕਿਉਂਕਿ ਤਥਾਗਤ ਭਗਵਾਨ ਬੁੱਧ ਨੇ ਸਾਨੂੰ ਇਹ ਦੱਸਿਆ ਹੈ ਕਿ ਜਿਸ ਤਰ੍ਹਾਂ ਕਿ ਇੱਕ ਇਨਸਾਨ ਹੈ ਜੀ, ਉਹਨੂੰ ਇਨਸਾਨ ਨੂੰ ਇੱਕ ਖੁਰਾਕ ਚਾਹੀਦੀ ਆਪਣੇ ਬੋਡੀ ਵਾਸਤੇ ਜੀ, ਉਹਨੂੰ ਮਤਲਬ ਠੀਕ ਰੱਖਣ ਵਾਸਤੇ ਜੀ। ਫਿਰ ਕਹਿੰਦਾ ਵੀ ਇੱਕ ਉਹ ਖੁਰਾਕ ਆ ਕਿ ਉਹਨੂੰ ਇੱਕ ਸਮਾਜ ਦੀ ਖੁਰਾਕ ਚਾਹੀਦੀ ਹੈ, ਕਿਉਂਕਿ ਉਹਨਾਂ ਸਮਾਜ ਦੇ ਵਿੱਚ ਵਿਚਰਨਾ ਆ ਜੀ। ਸਭ ਤੋਂ ਵੱਡੀ ਖੁਰਾਕ ਜਿਹੜੀ ਆ ਉਹ ਕਹਿੰਦਾ ਵੀ ਤੁਹਾਡਾ ਜਿਹੜਾ ਮਾਈਂਡ ਆ ਉਹਨੂੰ ਵੀ ਖੁਰਾਕ ਦੀ ਜ਼ਰੂਰਤ ਹੈ ਜੀ। ਤਥਾਗਤ ਬੁੱਧ ਕਹਿੰਦੇ ਆ ਕਿ ਉਹਨੂੰ ਚੰਗੇ ਵਿਚਾਰਾਂ ਦੀ ਖੁਰਾਕ ਦੀ ਜ਼ਰੂਰਤ ਹੈ ਜੀ। ਤੇ ਉਹ ਚੰਗੇ ਵਿਚਾਰ ਜਿਹੜੇ ਆ ਉਹ ਧਰਮ ਦੇ ਵਿੱਚੋਂ ਮਿਲਨੇ ਆ ਜੀ। ਤੇ ਧਰਮ ਕੀ ਆ
ਕਿ ਜੀਵਨ ਦੀ ਪਵਿੱਤਰਤਾ ਨੂੰ ਬਣਾਈ ਰੱਖਣਾ। ਤੁਹਾਡੇ ਸਰੀਰ ਤੋਂ ਕੋਈ ਇਹੋ ਜਿਹਾ ਕਰਮ ਨਾ ਹੋਵੇ ਜਿੰਨਾ ਤੁਹਾਨੂੰ ਵੀ ਦੁੱਖ ਹੋਵੇ, ਸਮਾਜ ਨੂੰ ਦੁੱਖ ਹੋਵੇ, ਤੁਹਾਡੇ ਬਾਣੀ ਤੋਂ ਕਿਸੇ ਨੂੰ ਨੁਕਸਾਨ ਨਾ ਹੋਵੇ, ਤੇ ਤੁਹਾਡੇ ਮਨ ਤੋਂ ਕਿਸੇ ਨੂੰ ਮਤਲਬ ਇਹ ਦੋਸ਼ ਕਰਮ ਨਾ ਹੋਵੇ। ਤੇ ਇਹੀ ਧਰਮ ਆ, ਆਪਣੀ ਜੀਵਨ ਦੀ ਪਵਿੱਤਰਤਾ ਨੂੰ ਬਣਾਈ ਰੱਖਣਾ। ਤੇ ਇਹ ਜਿਹੜੇ ਵਧੀਆ ਵਿਚਾਰ ਆ ਉਹ ਧੰਮ 'ਚ ਹੀ ਮਿਲਣਗੇ ਸਦ ਧਰਮ ਦੇ ਵਿੱਚ। ਜਿਸ ਤਰ੍ਹਾਂ ਭਗਵਾਨ ਤਥਾਗਤ ਬੁੱਧ ਨੇ ਆਪਾਂ ਨੂੰ ਉਪਦੇਸ਼ ਦਿੱਤੇ ਆ, ਬੁੱਧ ਐਂਡ ਧੰਮਾਂ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਬਹੁਤ ਸੋਹਣੇ ਗ੍ਰੰਥ ਦੇ ਵਿੱਚ ਅੰਕਿਤ ਕੀਤੇ ਹੋਏ ਨੇ ਜੀ। ਉਹੀ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਜੀ, ਕਿਉਂਕਿ ਬਾਹਲਾ ਮੈਂ ਦੇਖਿਆ ਕਿ ਜਿਹੜਾ ਸਾਡਾ ਸਮਾਜ ਆ ਉਹ ਹਾਲੇ ਇੰਨਾ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਜੀ। ਉਹ ਧਰਮ ਦੀ ਪਰਿਭਾਸ਼ਾ ਹੀ ਨਹੀਂ ਸਮਝਦੇ ਕਿ ਧਰਮ ਦਾ ਮਤਲਬ ਕੀ ਆ। ਤੁਸੀਂ ਇਹ ਦੱਸੋਗੇ ਕਿ ਡਾਕਟਰ ਅੰਬੇਡਕਰ ਜੀ ਦੀ ਵਿਆਖਿਆ ਵਿੱਚ ਧਰਮ ਦੀ ਕੀ ਪਰਿਭਾਸ਼ਾ ਆ? ਡਾਕਟਰ ਅੰਬੇਡਕਰ ਨੇ ਜਿਹੜੀਆਂ 4 ਸਟੇਜਾਂ ਦਸੀਆਂ ਧਰਮ ਦੀਆਂ, ਉਹ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋਗੇ? ਤੁਸੀਂ ਐਕਸਪਲੇਨ ਕਰੋਗੇ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਧਰਮ ਦੀ ਕੀ ਪਰਿਭਾਸ਼ਾ ਦਿੱਤੀ ਹੈ? ਬਿਲਕੁਲ, ਕਿਉਂਕਿ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਨੇ 21 ਸਾਲ ਸਟੱਡੀ ਕੀਤੀ ਜੀ। ਜਦੋਂ ਉਹ ਸਹੀ ਨਿਰਣੇ ਤੇ ਪਹੁੰਚੇ ਜੀ, ਤੇ ਉਹਦੇ ਵਿੱਚ ਫਿਰ ਉਹਨੇ ਚੰਗੀ ਤਰ੍ਹਾਂ ਜਾਣ ਲਿਆ ਸੀ ਵੀ ਧਰਮ ਕੀ ਹੈ ਜੀ। ਕਿ ਉਹਨਾਂ ਨੇ ਆਪਣੇ ਧਰਮ ਦੀ ਜਿਹੜੀ ਪਰਿਭਾਸ਼ਾ ਦਿੱਤੀ ਆ ਕਿ ਉਹ ਕਹਿੰਦੇ ਧਰਮ ਦੀਆਂ 4 ਸਟੇਜਾਂ ਨੇ ਜੀ। ਇੱਕ ਜਿਹੜੀ ਆ ਕਿ ਜਦੋਂ ਇੱਕ ਉਹਨੂੰ ਕਹਿੰਦੇ ਅਲੂਜਨ, ਕਨਫਿਊਜ਼ਨ ਜੀ, ਵੀ ਆ ਦਿਨ ਕਿੱਦਾਂ ਚੜ ਜਾਂਦਾ ਆ, ਇਹ ਰਾਤ ਕਿੱਦਾਂ ਪੈ ਜਾਂਦੀ, ਮੀਂਹ ਪੈਣ ਲੱਗ ਪੈਂਦਾ, ਤੇ ਇਹ ਕਦੀ ਧੁੱਪ ਨਿਕਲ ਜਾਂਦੀ, ਕਦੀ ਛਾਂ ਹੋ ਜਾਂਦੀ, ਕਦੀ ਬੱਦਲ ਹੋ ਜਾਂਦੇ, ਕਦੀ ਹਵਾ ਚੱਲਣ ਲੱਗ ਜਾਂਦੀਆਂ। ਤੁਹਾਡੇ ਕਹਿਣ ਦਾ ਮਤਲਬ ਮੈਜਿਕ, ਜਾਦੂ। ਤੇ ਇਹ ਫਿਰ ਜਦੋਂ ਇਨਸਾਨ ਦੇ ਨਹੀਂ ਸਮਝ ਆਉਂਦੀ ਤੇ ਉਹ ਉਹਨੂੰ ਇੱਕ ਤਰ੍ਹਾਂ ਦਾ ਜਾਦੂ ਸਮਝ ਲੈਂਦਾ ਵੀ ਇਹ ਜਾਦੂ ਹੀ ਹੋ ਰਿਹਾ ਹੈ ਜੀ। ਤੇ ਇਹ ਉਹਦੀ ਇੱਕ ਸਟੇਜ ਹੋ ਗਈ ਜੀ। ਦੂਸਰੀ ਤਾਂ ਫਿਰ ਉਹ ਜਦੋਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਦਿਨ ਰਾਤ ਕਿੱਦਾਂ ਬਣਦੇ ਆ ਜੀ, ਇਹ ਧਰਤੀ ਜੋ ਹੈ ਸੂਰਜ ਦੁਆਲੇ ਕਿਸ ਤਰ੍ਹਾਂ ਘੁੰਮਦੀ ਆ, ਤੇ ਇਹ ਜਿਹੜੀ ਬਾਰਿਸ਼ ਕਿੱਦਾਂ ਹੁੰਦੀ ਆ, ਹਵਾਵਾਂ ਕਿੱਦਾਂ ਬਣਦੀਆਂ ਨੇ, ਤੇ ਭੁਚਾਲ ਕਿੱਦਾਂ ਮਤਲਬ ਆਉਂਦੇ ਨੇ, ਗ੍ਰਹਿਣ ਕਿੱਦਾਂ ਲੱਗਦੇ ਨੇ, ਤਾਂ ਇਹ ਉਹਦੀ ਸੈਕੰਡ ਸਟੇਜ ਆ ਜਾਂਦੀ ਆ। ਤੇ ਇਹ ਫਿਰ ਜਿਹੜੀ ਆ ਉਹ ਸਮਝ ਲੈਂਦਾ ਆ। ਤੇ ਤੀਸਰੀ ਜਿਹੜੀ ਸਟੇਜ ਆ, ਫਿਰ ਇੱਕ ਜਿਹੜਾ ਇਨਸਾਨ ਆ ਉਹ ਫਿਰ ਇਹ ਚੀਜ਼ਾਂ ਨੂੰ ਸਮਝ ਕੇ ਤਾਂ ਉਹ ਕਹਿੰਦਾ ਵੀ ਉਹਨੂੰ ਫਿਰ ਉਹਦੀ ਪੂਜਾ ਸ਼ੁਰੂ ਕਰ ਦਿੰਦਾ ਜੀ। ਉਹ ਪੂਜਾ ਇਸ ਕਰਕੇ ਕਰਦਾ ਕਿ ਉੱਥੋਂ ਫਿਰ ਇੱਕ ਹੁੰਦਾ ਤੀਸਰੀ ਸਟੇਜ, ਪਖੰਡਵਾਦ ਦੀ ਸਟੇਜ ਜੀ, ਕਿ ਉਹ ਲੋਕਾਂ ਨੂੰ ਮਤਲਬ ਇੱਕ ਤਰ੍ਹਾਂ ਦੇ ਨਾਲ ਕਨਫਿਊਜ਼ ਕਰਕੇ ਕਿ ਮੈਨੂੰ ਪਤਾ ਲੱਗ ਗਿਆ ਜੀ ਵੀ ਇਹ ਕਿੱਦਾਂ ਹੁੰਦੀ, ਇਹਦੀ ਪੂਜਾ ਕਰਾਂਗੇ, ਅਸੀਂ ਕਰਾਵਾਂਗੇ ਤੇ ਤੁਹਾਡਾ ਆਹ ਕੰਮ ਇਦਾਂ ਹੋ ਜਾਊਗਾ, ਜਿਸ ਤਰ੍ਹਾਂ ਗ੍ਰਹਿਾਂ ਦੀ ਕਰਨ ਲੱਗ ਪਏ। ਲੇਕਿਨ ਅਸਲੀ ਉਹ ਨੈਚੁਰਲ ਹੈਪਨਿੰਗ ਹੁੰਦੀਆਂ। ਲੇਕਿਨ ਉਹ ਜਿਹੜਾ ਸ਼ੈਤਾਨ ਆ ਉਹਦੀ ਫਿਰ ਪੂਜਾ ਕਰਕੇ ਤੇ ਉਹ ਲੋਕਾਂ ਨੂੰ ਠੱਗਣਾ ਸ਼ੁਰੂ ਕਰਦਾ। ਇਹਦੀ ਤੀਸਰੀ ਆ। ਅਸਲੀ ਜੋ ਚੌਥੀ ਸਟੇਜ ਤੇ ਬਾਬਾ ਸਾਹਿਬ ਨੇ ਕਿਹਾ ਆ ਕਿ ਅਸਲੀ ਸਟੇਜ ਜਦੋਂ ਤੁਸੀਂ ਦੇਖਦੇ ਆ ਕਿ ਵੀ ਇਹ ਜੋ ਵੀ ਪ੍ਰਕਿਰਤੀ ਦੇ ਵਿੱਚ ਹੋ ਰਿਹਾ ਆ ਜੀ, ਇਹ ਤਾਂ ਮੇਰੇ ਅੰਦਰ ਹੋ ਰਿਹਾ ਹੈ ਜੀ, ਮੇਰੇ ਸਰੀਰ ਦੇ ਨਾਲ ਹੋ ਰਿਹਾ ਹੈ ਜੀ, ਕਿਉਂਕਿ ਮਤਲਬ ਪਾਰਟ ਆਫ ਇਟ ਕਿ ਇਸ ਤਰ੍ਹਾਂ ਹੋ ਰਿਹਾ ਆ। ਤਾਂ ਇਹ ਤਾਂ ਮੈਨੂੰ ਆਪਣੇ ਆਪ ਦੇ ਅੰਦਰ ਜਦੋਂ ਝਾਤੀ ਮਾਰਦਾ ਫਿਰ ਉਹਨੂੰ ਸਮਝ ਆਉਂਦੀ ਆ ਕਿ ਇਹ ਜਿਹੜਾ ਪ੍ਰਕਿਰਤੀ ਦੇ ਵਿੱਚ ਜੋ ਕੁਝ ਹੋ ਰਿਹਾ ਆ ਉਹ ਮੇਰੇ ਅੰਦਰ ਹੋ ਰਿਹਾ ਆ। ਉਹਨੂੰ ਫਿਰ ਉਹਨਾਂ ਨੇ ਕਿਹਾ ਬਾਬਾ ਸਾਹਿਬ ਨੇ ਸੈਲਫ ਰੀਅਲਾਈਜੇਸ਼ਨ, ਆਪਣੇ ਆਪ ਦੇ ਵਿੱਚ ਝਾਤੀ ਮਾਰ ਕੇ ਦੇਖਣਾ। ਜਦੋਂ ਉਦੋਂ ਫਿਰ ਤੁਹਾਨੂੰ ਪਤਾ ਲੱਗਦਾ ਕਿ ਸਹੀ ਧਰਮ ਜਿਹੜਾ ਧਰਮ ਦੀ ਪਰਿਭਾਸ਼ਾ ਜਿਹੜੀ ਆ ਉੱਥੇ ਸਮਝਾਉਂਦੇ ਆ ਕਿ ਇਹ ਤਾਂ ਸਾਰਾ ਕੁਝ ਤੁਹਾਡੇ ਅੰਦਰ ਆ। ਤੇ ਫਿਰ ਉਸ ਧਰਮ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਸਤ ਧਰਮ ਆ ਜੇ ਤੁਸੀਂ ਆਪਣੇ ਅੰਦਰ ਸੈਲਫ ਰੀਅਲਾਈਜੇਸ਼ਨ ਕਰਕੇ ਜੋ ਆਪਾਂ ਮਹਿਸੂਸ ਕਰਦੇ ਆ, ਇਹ ਉਹ ਧਰਮ ਆ। ਥੈਂਕ ਯੂ। ਅੱਛਾ, ਜਿਹੜੀਆਂ 10 ਪਾਰਮਤਾਵਾਂ ਆ ਜੀ, ਰਾਈਟ, ਈਸਾਈ ਧਰਮ ਦੇ ਵਿੱਚ ਵੀ ਉਹਦੇ ਵਿੱਚ 10 ਕਮਾਂਡਮੈਂਟਸ ਆ, ਕੀ ਇਹ ਉਹੋ ਹੀ ਆ ਜਾਂ ਵੱਖਰੀਆਂ ਆ? ਇਹਦੇ ਬਾਰੇ ਤੁਸੀਂ ਕੁਝ ਦੱਸੋਗੇ? ਬਿਲਕੁਲ, ਕਿਉਂਕਿ ਤਥਾਗਤ ਬੁੱਧ ਨੇ, ਜਿੱਦਾਂ ਮੈਂ ਪਹਿਲਾਂ ਕਿਹਾ, ਕਿ ਉਹਨਾਂ ਨੇ ਆਪਾਂ ਨੂੰ ਆਦੇਸ਼ ਨਹੀਂ ਉਪਦੇਸ਼ ਦਿੱਤੇ ਆ ਕਿ ਆਹ ਚੀਜ਼ਾਂ ਜਿਹੜੇ ਤੁਹਾਡੇ ਜੇ ਤੁਸੀਂ ਧਾਰੋਗੇ ਇਹਦਾ ਤੁਹਾਨੂੰ ਫਾਇਦਾ ਹੋਏਗਾ, ਕਿਸੇ ਹੋਰ ਨੂੰ ਨਹੀਂ। ਲੇਕਿਨ ਜਿਹੜੇ ਈਸਾਈ ਧਰਮ ਦੇ ਵਿੱਚ ਆਪਾਂ ਕਹਿੰਦੇ ਆ ਉਹ ਕਮਾਂਡਮੈਂਟ ਆ, ਉਹਨਾਂ ਨੇ ਤੁਹਾਡੇ ਤੇ ਡਰ ਪੈਦਾ ਕਰ ਦਿੱਤਾ ਕਿ ਜੇ ਤੁਸੀਂ ਇਹਨਾਂ ਨੂੰ ਨਾ ਮੰਨਿਆ ਤਾਂ ਕੋਈ ਨਾ ਕੋਈ ਤੁਹਾਡੇ ਉੱਪਰ ਆਫਤ ਆ ਜਾਣੀ ਹੈ। ਲੇਕਿਨ ਤਥਾਗਤ ਬੁੱਧ ਕਹਿੰਦੇ ਇਦਾਂ ਨਹੀਂ, ਜੋ ਕੁਝ ਤੁਸੀਂ ਕਰਨਾ ਤੁਸੀਂ ਆਪਣੇ ਲਈ ਕਰਨਾ ਹੈ। ਜੋ ਵੀ ਤੁਸੀਂ, ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਕਿ ਆਪਣੇ ਦੀਪਕ ਆਪ ਬਣਨਾ ਹੈ, ਤੇ ਉਹ ਜੋ 10 ਪਾਰਮਿਤਾਵਾਂ ਆ ਉਹ ਇੱਕ ਜਿਸ ਤਰ੍ਹਾਂ ਕਿ ਅਸ਼ਟਾਂਗਿਕ ਮਾਰਗ ਗਿਆ, ਇਸੇ ਤਰ੍ਹਾਂ ਭਗਵਾਨ ਬੁੱਧ ਨੇ ਕਿਹਾ ਕਿ ਇਹ ਜਿਹੜੀਆਂ 10 ਪਾਰਮਿਤਾਵਾਂ ਕਿ ਉਹਨੂੰ ਕਹਿ ਸਕਦੇ ਪੂਰਨਤਾਵਾਂ, ਤੇ ਉਹ ਜਦੋਂ ਤੁਸੀਂ ਆਪਣੇ ਚੰਗੀ ਤਰ੍ਹਾਂ ਉਹਨੂੰ ਆਪਣੇ ਧਾਰੋਗੇ ਤੇ ਤੁਸੀਂ ਪੂਰਨ ਬਣ ਜਾਓਗੇ। ਉਹ 10 ਪਾਰਮਿਤਾਵਾਂ ਆ। ਤੇ ਜੇ ਸਮਾਂ ਹੈ ਤਾਂ ਮੈਂ ਤੁਹਾਨੂੰ ਉਹਨਾਂ ਦੀ ਕਰ ਦਿਓ, ਕਿਉਂਕਿ ਉਹਦੇ ਵਿੱਚ ਪਹਿਲੀ ਜੋ ਭਗਵਾਨ ਬੁੱਧ ਦਾ ਜੋ ਧੰਮ ਆ ਨਾ,
ਉਹ ਸੀਲ ਸਮਾਧੀ ਪੰਨਿਆਂ ਤੇ ਟਿਕਿਆ ਹੈ। ਜੀ। ਉਹਦੀ ਪਹਿਲੀ ਪਾਰਮਤਾ ਜਿਹੜੀ ਹੈ ਸ਼ੀਲ ਹੈ ਜੀ। ਕਿ ਆਪਣੇ ਸ਼ੀਲਾਂ ਦੇ ਪੱਕੇ ਹੋਣਾ, ਜੀ। ਭੈੜੇ ਕੰਮਾਂ ਤੋਂ ਦੂਰ ਰਹਿਣਾ, ਜੀ। ਦਾਨ ਕਰਨਾ ਸਭ ਤੋਂ ਵੱਡਾ ਧੰਮ-ਦਾਨ ਹੈ। ਜਿਸ ਤਰ੍ਹਾਂ ਕਿ ਧੰਮ ਚਰਚਾ ਕਰਦੇ ਹਾਂ, ਅੱਜ ਉਹ ਜੀ। ਆਪਾਂ ਗੱਲ ਕਰ ਰਹੇ ਹਾਂ ਕਿ ਦਾਨ ਕਰਨਾ ਇੱਕ ਧੰਮ ਦੀ ਗੱਲ ਕਰ ਰਹੇ ਹਾਂ। ਤੇ ਦੂਸਰਾ ਦਾਨ ਉਹਨਾਂ ਨੇ ਕਿਹਾ ਨਿਸ਼ਕਰਮ ਆ, ਜੀ। ਕਿ ਦੁਨੀਆਵੀ ਕੰਮਾਂ ਭੋਗਾਂ ਤੋਂ ਦੂਰ ਰਹਿਣਾ। ਜੀ। ਕਿ ਜਿਸ ਤਰ੍ਹਾਂ ਕਿ ਆਪਾਂ ਨਹੀਂ ਪਹਿਲਾਂ ਕਿਹਾ ਕਿ ਇੱਥੇ ਪੰਜਸ਼ੀਲ ਦੇ ਵਿੱਚ ਵੀ ਜੀ, ਆਉਂਦਾ ਜੀ, ਹੈ ਜੀ। ਕਿ ਵਿਚਾਰ ਨਹੀਂ ਕਰਨਾ ਜੀ। ਤੇ ਚੰਗੇ ਕੰਮ ਕਰਨਾ, ਸੱਚੇ ਕੰਮ ਕਰਨਾ। ਤੇ ਫਿਰ ਜਿਹੜੀ ਚੌਥੀ ਹੈ ਉਹ ਪੰਨਿਆ ਗਿਆਨ। ਜੀ। ਤੇ ਗਿਆਨ ਕੀ ਹੈ? ਦੁੱਖ ਕਿੱਦਾਂ ਪੈਦਾ ਹੁੰਦੇ ਆ, ਦੁੱਖ ਨੂੰ ਦੇ ਕਾਰਨ ਕੀ ਆ, ਉਹਨੂੰ ਸਮਝਣਾ ਜੀ। ਤੇ ਗਿਆਨ ਆਪਣੇ ਵਿੱਚ ਲਿਆਉਣਾ। ਜੀ। ਕਿਉਂਕਿ ਅੱਜ ਜੋ ਵੀ ਅੱਜ ਅਸੀਂ ਸਫ਼ਰ ਕਰ ਰਹੇ ਹਾਂ ਉਹ ਵਿਦਿਆ ਤੋਂ ਕਰ ਰਹੇ ਹਾਂ ਜੀ। ਤੇ ਉਹ ਗਿਆਨ ਨੂੰ ਆਪਣੇ ਵਿੱਚ ਪੈਦਾ ਕਰਨਾ। ਜੀ। ਤੇ ਦੂਸਰੀ ਹੈ ਪੰਜਵੀਂ ਹੈ ਕਿ ਵੀਰਿਆ, ਜੀ। ਕਿ ਇਹਦਾ ਮਤਲਬ ਹੈ ਕਿ ਇੱਕ ਨਿਸ਼ਚਾ, ਜੀ। ਹੱਠ ਕਰ ਲੈਣਾ ਕਿ ਮੈਂ ਚੰਗਾ ਕੰਮ ਕਰਨਾ ਆ। ਜੀ। ਤੇ ਜੇ ਬੇਸ਼ੱਕ ਮੇਰੇ ਨਾਲ ਕੋਈ ਚੱਲੇ ਜਾਂ ਨਾ ਚੱਲੇ, ਜੀ। ਤੇ ਮੈਂ ਹੱਠ ਕਰ ਲਿਆ ਕਿ ਮੈਂ ਇਹ ਕਰਨਾ ਹੀ ਕਰਨਾ ਆ। ਜੀ। ਤੇ ਇਹ ਉਹਦੀ ਪੰਜਵੀਂ ਆ। ਜੀ। ਛੇਵੀਂ ਹੈਗੀ ਖਾਂਤੀ। ਬਹੁਤ ਸਭ ਤੋਂ ਇੰਪੋਰਟੈਂਟ ਆ ਕਿ ਜੋ ਦੁਨੀਆ ਦੇ ਝਗੜੇ ਹੋ ਰਹੇ ਨੇ, ਕਿ ਕਿਸੇ ਨੂੰ ਆਪਣੇ ਆਪ ਦੇ ਵਿੱਚ ਸਹਿਣ ਸ਼ਕਤੀ ਨੂੰ ਪੈਦਾ ਕਰਨਾ। ਜੀ। ਕਿ ਜੇ ਕਿਸੇ ਨੇ ਕੁਝ ਕਹਿ ਵੀ ਦਿੱਤਾ ਤੇ ਠੀਕ ਉਹਨੂੰ ਹੈ। ਸਹਿਣ ਸ਼ਕਤੀ ਹੋਣੀ। ਤਥਾਗਤ ਬੁੱਧ ਨੂੰ ਬਹੁਤ ਕਿਹਾ, ਲੇਕਿਨ ਉਹਨਾਂ ਦੇ ਵਿੱਚ ਇਹ ਸਹਿਣ ਸ਼ਕਤੀ ਸੀ ਤੇ ਅੱਜ ਅਸੀਂ ਦੁਨੀਆ ਉਹਨਾਂ ਨੂੰ ਮੰਨ ਰਹੀ ਹੈ। ਠੀਕ ਹੈ। ਕਿਉਂਕਿ ਦੁਨੀਆ ਦੀ ਇਹ ਫਿਲਾਸਫੀ ਬਣ ਚੁੱਕੀ ਹੈ ਕਿ ਬੁੱਧਿਜ਼ਮ ਇਜ਼ ਦੀ ਫਿਲਾਸਫੀ ਆਫ ਇੰਟੈਲੈਕਚੁਅਲ ਪੀਪਲ। ਜੀ। ਤੇ ਦੁਨੀਆ ਮਤਲਬ ਇਹਨੂੰ ਮੰਨਦੀ ਆ। ਮੰਨ ਕੇ ਅੱਜ ਜਿਸ ਤਰ੍ਹਾਂ ਕਿ ਸਾਡੇ ਵਾਈਸ ਪ੍ਰਧਾਨ ਜੀ ਨੇ ਦੱਸਿਆ ਕਿ ਅੱਜ ਦੇਖੋ ਕਿ ਅੱਜ ਪ੍ਰੋਗਰਾਮ ਜੋ ਹੋਇਆ ਉੱਥੇ ਦੁਨੀਆ ਭਰ ਦੇ ਲੋਕਾਂ ਨੇ ਉਹ ਮਨਾਇਆ, ਈਵਨ ਯੂਐਨ ਨੂੰ ਮਨਾ ਰਹੀ ਹੈ। ਜੀ। ਖਾਂਤੀ, ਬੈਰ ਨਹੀਂ ਰੱਖਣਾ ਕਿਸੇ ਨਾਲ, ਪਿਆਰ ਦੇ ਨਾਲ ਗੱਲ ਕਰਨੀ, ਸ਼ਾਂਤ ਰਹਿਣਾ। ਤੇ ਸੱਤਵੀਂ ਜਿਹੜੀ ਆਉਂਦੀ ਹੈ ਸੱਚ ਦੀ ਗੱਲ ਕਰਦੇ ਹਾਂ। ਜੀ। ਜਿਸ ਤਰ੍ਹਾਂ ਕਿ ਵੱਡੇ ਮਹਾਂਪੁਰਸ਼ਾਂ ਨੇ ਵੀ ਕਿਹਾ ਕਿ ਸੱਚ ਦੀ ਗੱਲ ਕਰੋ, ਝੂਠ ਨਾ ਬੋਲਣਾ, ਚੁਗਲੀ ਨਹੀਂ ਕਰਨਾ, ਕਾਹਲੀ ਦੇ ਵਿੱਚ ਕਿਸੇ ਨੂੰ ਵਾਅਦਾ ਨਹੀਂ ਕਰਨਾ ਜਿਹੜਾ ਤੁਸੀਂ ਪੂਰਾ ਨਹੀਂ ਕਰ ਸਕੋ। ਜੀ। ਤੇ ਅੱਠਵੀਂ ਜਿਹੜੀ ਹੈ ਉਹ ਅਡਿੱਠਤਾ ਹੈ। ਜੀ। ਕਿ ਇਹ ਵੀ ਇੱਕ ਸੰਕਲਪ ਦੇ ਵਿੱਚ ਆ ਜਾਂਦੀ ਹੈ ਕਿ ਤੁਸੀਂ ਨਿਸ਼ਚੈ ਕਰ ਲਿਆ ਕਿ ਦ੍ਰਿੜ ਸੰਕਲਪ ਚੰਗੇ ਕਰਮ ਨੂੰ ਕਰਨ ਦਾ। ਜੀ। ਚਾਹੇ ਕੋਈ ਤੁਹਾਡੇ ਨਾਲ ਆਵੇ ਜਾਂ ਨਾ ਆਵੇ, ਤੇ ਮੈਂ ਉਹ ਚੰਗਾ ਕਰਮ ਕਰਨਾ ਹੀ ਕਰਨਾ ਆ। ਜੀ। ਤੇ ਨੌਵੀਂ ਜੋ ਹੈ ਮਹਿਤਾ, ਜਿਹੜੀ ਮੈਂ ਹੁਣ ਤੁਹਾਨੂੰ ਦੱਸਿਆ, ਦੋਸਤੀ, Yeah. ਮਿੱਤਰਤਾ ਸਭ ਪ੍ਰਾਣੀਆਂ ਲਈ, ਛੋਟੇ ਤੋਂ ਵੱਡੇ ਪ੍ਰਾਣੀ ਲਈ, ਜੋ ਵੀ ਇਸ ਪਲੈਨਟ ਤੇ ਆ, ਜੀ। ਕਿ ਸਾਰੇ ਸੁਖੀ ਰਹਿਣ। ਜੀ। ਤੇ 10ਵੀਂ ਜਿਹੜੀ ਉਪੇਖਾ, ਜਿਹੜੀ ਆਪਾਂ ਹੁਣ ਗੱਲ ਕਰਕੇ ਹਟੇ ਆ, ਜੀ। ਕਿ ਤੁਹਾਡੇ ਮਨ ਦੀ ਜਿਹੜੀ ਸਟੇਟ ਇਹੋ ਜਿਹੀ ਹੋਣੀ ਚਾਹੀਦੀ ਆ ਕਿ ਤੁਹਾਡੇ ਤੇ ਸੁੱਖ ਦੁੱਖ, ਲਾਭ ਅਲਾਭ, ਜਸ ਅਪਜਸ, ਨਿੰਦਾ ਪ੍ਰਸ਼ੰਸਾ ਦਾ ਫਰਕ ਨਹੀਂ ਪੈਣਾ ਚਾਹੀਦਾ। ਤੁਸੀਂ ਬਿਲਕੁਲ ਸ਼ਾਂਤ, ਤੁਹਾਡਾ ਜਿਹੜਾ ਮਨ ਰਹਿਣਾ ਚਾਹੀਦਾ। ਇਹ 10 ਪਾਰਮਤਾਵਾਂ। ਜੀ। ਅੱਛਾ, ਕਿਉਂਕਿ ਟਾਈਮ ਬਹੁਤ ਘੱਟ ਰਹਿ ਗਿਆ, ਮੈਂ ਤੁਹਾਡੇ ਕੋਲ ਇੱਕ ਹੀ ਪੁੱਛਣਾ, ਮਤਲਬ ਛੋਟ ਦੇ ਵਿੱਚ ਭਗਵਾਨ ਬੁੱਧ ਦਾ ਜੋ ਧੰਮ ਹੈ, ਸੰਖੇਪ ਵਿੱਚ ਧੰਮ ਨੂੰ ਕਿਵੇਂ ਬਿਆਨ ਕਰ ਸਕਦੇ ਹੋ? ਤਥਾਗਤ ਭਗਵਾਨ ਬੁੱਧ ਦਾ ਧੰਮ ਹੈ। ਤੁਸੀਂ ਥੋੜੀ ਜਿਹੀ ਕੋਈ ਗਾਥਾ ਕਹਿੰਦੇ ਆ ਜੀ। ਕਿ ਇੱਕ ਬੁੱਢੀ ਔਰਤ ਸੀਗੀ ਤੇ ਉਹ ਕਹਿੰਦੀ ਮੈਨੂੰ ਛੇਤੀ ਧੰਮ ਸਮਝਾ ਦਿਓ, ਮੇਰੀ ਜ਼ਿੰਦਗੀ ਜਿਹੜੀ ਥੋੜੀ ਆ। ਜੀ। ਤਥਾਗਤ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਦੱਸਦੇ ਆ। ਉਹ ਕਹਿੰਦੇ ਆ ਸਭ ਪਾਪ ਕਰ। ਸੋ ਇੱਥੇ ਹੀ ਪ੍ਰੋਗਰਾਮ ਖਤਮ ਹੁੰਦਾ ਹੈ। ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਇਹਨਾਂ ਸ਼ਬਦਾਂ ਦੇ ਨਾਲ ਹੀ ਯੂਰਪ ਅਤੇ ਯੂਕੇ ਦੇ ਦਰਸ਼ਕਾਂ ਤੋਂ ਖਿਮਾ ਲੈਂਦੇ ਹਾਂ।